ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਨੂੰ ਹਾੜੀ ਸੌਣੀ ਮਤਲਬ ਕਿ ਹਰ ਛਮਾਹੀ ਇੱਕ ਮਸਲਾ ਨਾੜ ਨੂੰ ਸਾੜਨ ਦਾ ਦਰਪੇਸ਼ ਹੁੰਦਾ ਹੈ। ਖੇਤੀ ਵਿਗਿਆਨੀਆਂ ਤੋਂ ਲੈ ਕੇ ਖੇਤੀਬਾੜੀ ਮਹਿਕਮਾ ਅਤੇ ਚੌਗਿਰਦਾ ਮਾਹਰ ਮੰਨਦੇ ਨੇ ਕਿ ਇਹ ਰੁਝਾਨ ਬਹੁਤ ਨੁਕਸਾਨ ਕਰਦਾ ਹੈ। ਖੇਤਾਂ ਵਿੱਚ ਹਾਜ਼ਰ ਜੀਆ ਜੰਤ ਅਤੇ ਰੁੱਖਾਂ ਲਈ ਇਹ ਅੱਗ ਬਹੁਤ ਘਾਤਕ ਸਾਬਤ ਹੁੰਦੀ ਹੈ ਜੋ ਨਾੜ ਸਾੜਨ ਲਈ ਲਗਾਈ ਜਾਂਦੀ ਹੈ। ਇਸ ਅੱਗ ਦੇ ਨਤੀਜੇ ਵਜੋਂ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਵਿੱਚ ਭਾਰੀ ਵਾਧਾ ਹੁੰਦਾ ਹੈ। ਮਿੱਟੀ, ਹਵਾ ਅਤੇ ਪਾਣੀ ਪਲੀਤ ਹੁੰਦੇ ਨੇ। ਕਿਸਾਨ ਇਸ ਨੁਕਸਾਨ ਨੂੰ ਭਲੀ ਭਾਂਤ ਜਾਣਦੇ ਨੇ। ਕਾਨੂੰਨ ਮੁਤਾਬਕ ਖੇਤਾਂ ਵਿੱਚ ਅੱਗ ਲਗਾਉਣਾ ਗੈਰ ਕਾਨੂੰਨੀ ਹੈ, ਫਿਰ ਵੀ ਇਹ ਰੁਝਾਨ ਰੁਕਦਾ ਕਿਉਂ ਨਹੀਂ? ਪੰਜਾਬ ਵਿੱਚ ਕਣਕ ਅਤੇ ਝੋਨੇ ਦਾ ਫਸਲੀ ਚੱਕਰ ਕਈ ਕਾਰਨਾਂ ਕਰਕੇ ਸਵਾਲਾਂ ਦੇ ਘੇਰੇ ਵਿੱਚ ਹੈ। ਹਰ ਹਾੜੀ ਸੌਣੀ ਵਿੱਚ ਇਹਨਾਂ ਦੋਵਾਂ ਫਸਲਾਂ ਦੀ ਨਾੜ ਖੇਤਾਂ ਵਿੱਚ ਸਾੜੀ ਜਾਂਦੀ ਹੈ। ਅਗਲੀ ਫਸਲ ਲਈ ਖੇਤਾਂ ਦੀ ਤਿਆਰੀ ਵਿੱਚ ਨਾੜ ਸਾੜਨਾ ਵੀ ਰਸਮ ਵਾਂਗ ਜ਼ਰੂਰੀ ਹੋ ਗਿਆ ਹੈ। ਜਦੋਂ ਕਣਕ ਅਤੇ ਝੋਨਾ ਕੰਬਾਈਨ ਨਾਲ ਵੱਢੇ ਜਾਂਦੇ ਨੇ ਤਾਂ ਪਿੱਛੇ ਖੇਤਾਂ ਵਿੱਚ ਨਾੜ ਅਤੇ ਫੂਸ ਬਚਦਾ ਹੈ। ਕਣਕ ਦੇ ਮਾਮਲੇ ਵਿੱਚ ਨਾੜ ਅਤੇ ਫੂਸ ਦੀ ਤੂੜੀ ਬਣਾਈ ਜਾਂਦੀ ਹੈ। ਮਸ਼ੀਨ ਨਾਲ ਤੂੜੀ ਬਣਾਉਣ ਤੋਂ ਬਾਅਦ ਵੀ ਖੇਤ ਵਿੱਚ ਨਾੜ ਬਚੀ ਰਹਿੰਦੀ ਹੈ, ਜਿਸ ਨੂੰ ਅੱਗ ਲਗਾਈ ਜਾਂਦੀ ਹੈ। ਖੇਤੀ ਮਾਹਰ ਸਲਾਹ ਦਿੰਦੇ ਨੇ ਕਿ ਨਾੜ ਨੂੰ ਖੇਤਾਂ ਵਿੱਚ ਦੱਬ ਦੇਣਾ ਜਾਂ ਵਾਹ ਦੇਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੇ ਉਪਜਾਊ ਤੱਤ ਹੁੰਦੇ ਨੇ। ਜੇ ਕਣਕ ਦੀ ਨਾੜ ਨੂੰ ਖੇਤ ਵਿੱਚ ਵਾਹ ਦਿੱਤਾ ਜਾਏ ਤਾਂ ਇਸ ਨੂੰ ਗਲਣ ਵਿੱਚ ਲੰਮਾ ਸਮਾਂ ਲੱਗਦਾ ਹੈ। ਕਣਕ ਤੋਂ ਬਾਅਦ ਜਦੋਂ ਝੋਨਾ ਬੀਜਿਆ ਜਾਂਦਾ ਹੈ ਤਾਂ ਨਾੜ ਹਲਕੀ ਹੋਣ ਕਾਰਨ ਪਾਣੀ ਉੱਤੇ ਤੈਰਨ ਲੱਗਦੀ ਹੈ। ਜਦੋਂ ਪਾਣੀ ਉੱਤੇ ਤੈਰਦੀ ਨਾੜ ਹਵਾ ਨਾਲ ਖੇਤ ਵਿੱਚ ਇੱਕ ਪਾਸੇ ਇਕੱਠੀ ਹੋ ਜਾਂਦੀ ਹੈ ਤਾਂ ਇਹ ਫਸਲ ਲਈ ਮਾਰੂ ਸਾਬਤ ਹੁੰਦੀ ਹੈ। ਦੂਜੇ ਪਾਸੇ ਝੋਨੇ ਦੀ ਨਾੜ ਗਲਣ ਵਿੱਚ ਭਾਵੇਂ ਘੱਟ ਸਮਾਂ ਲੱਗਦਾ ਹੈ, ਪਰ ਇਸ ਨੂੰ ਖੇਤਾਂ ਵਿੱਚ ਦੱਬਣਾ ਬਹੁਤ ਮੁਸ਼ਕਿਲ ਹੁੰਦਾ ਹੈ। ਝੋਨੇ ਦੀ ਨਾੜ ਦੇ ਹੁੰਦਿਆਂ ਮਸ਼ੀਨ ਨਾਲ ਕਣਕ ਬੀਜਣੀ ਤਕਰੀਬਨ ਨਾਮੁਮਕਿਨ ਹੁੰਦੀ ਹੈ। ਇਸ ਦੌਰਾਨ ਨਾੜ ਨੂੰ ਖੇਤਾਂ ਵਿੱਚ ਵਾਹੁਣ ਲਈ ਜੋ ਮਸ਼ੀਨਰੀ ਪੇਸ਼ ਕੀਤੀ ਗਈ ਹੈ ਉਸ ਦੇ ਦੋ ਪੱਖ ਨੇ। ਇੱਕ ਤਾਂ ਇਹ ਮਸ਼ੀਨਰੀ ਬਹੁਤ ਮਹਿੰਗੀ ਹੈ ਜੋ ਹਰ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ। ਦੂਜਾ, ਇਹ ਮਸ਼ੀਨਰੀ ਆਪਣੇ ਵਾਅਦੇ ਮੁਤਾਬਕ ਕਾਮਯਾਬ ਵੀ ਨਹੀਂ ਹੋ ਸਕੀ। ਇਹ ਸਵਾਲ ਵਾਰ-ਵਾਰ ਵਿਚਾਰਿਆ ਗਿਆ ਕਿ ਕਣਕ ਝੋਨੇ ਦੀ ਨਾੜ ਸਮੇਤ ਖੇਤੀ ਦੀ ਸਮੁੱਚੀ ਰਹਿੰਦ-ਖੂੰਹਦ ਨੂੰ ਸਿਹਤਮੰਦ ਢੰਗ ਨਾਲ ਕਿਉਂ ਢਕਣਾ ਵੱਡਾ ਸਵਾਲ ਹੈ। ਇਸ ਮਾਮਲੇ ਵਿੱਚ ਖੇਤੀ ਰਹਿੰਦ-ਖੂੰਹਦ ਦੀ ਸਨਅਤ ਜਾਂ ਖਾਦ ਬਣਾਉਣ ਵਿੱਚ ਵਰਤੋਂ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ? ਇਹ ਸਵਾਲ ਕਿਸਾਨਾਂ ਤੋਂ ਲੈ ਕੇ ਖੇਤੀ ਮਾਹਰਾਂ, ਵਿਗਿਆਨੀਆਂ ਅਤੇ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਖੇਤਾਂ ਵਿੱਚ ਅੱਗ ਲੱਗਦੀ ਹੈ ਤੇ ਦਰਖਤ ਝੁਲਸ ਜਾਂਦੇ ਨੇ। ਅੱਗ ਦਾ ਅਸਰ ਸਮੁੱਚੇ ਜੀਆ ਜੰਤ ਉੱਤੇ ਹੁੰਦਾ ਹੈ। ਜਿਨ੍ਹਾਂ ਦੀ ਜਾਨ ਬਚ ਜਾਂਦੀ ਹੈ ਉਹਨਾਂ ਦਾ ਦਾਣਾ ਪਾਣੀ ਸੜ ਜਾਂਦਾ ਹੈ। ਜਿਹੜੀ ਅੱਗ ਜ਼ਿੰਦਗੀ ਦੇ ਹਰ ਪੱਖ ਉੱਤੇ ਅਸਰਅੰਦਾਜ਼ ਹੁੰਦੀ ਹੈ, ਉਸ ਨੂੰ ਬੁਝਾਉਣ ਦਾ ਹਰ ਉਪਰਾਲਾ ਊਣਾ ਕਿਉਂ ਰਹਿ ਜਾਂਦਾ ਹੈ? ਇਹਨਾਂ ਸਾਰੇ ਪੱਖਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਜੋਰਾ ਸਿੰਘ ਭੁੱਲਰ, ਜੋ ਚੱਪੜਚਿੜੀ ਦੇ ਸਾਬਕਾ ਸਰਪੰਚ ਨੇ ਤੇ ਆਪ ਖੇਤੀ ਕਰਦੇ ਨੇ, ਡੀ.ਆਰ. ਕਟਾਰੀਆ, ਜੋ ਪੰਜਾਬ ਖੇਤੀਬਾੜੀ ਮਹਿਕਮੇ ਦੇ ਜੁਆਇੰਟ ਡਾਇਰੈਕਟਰ ਨੇ, ਹਮੀਰ ਸਿੰਘ, ਜੋ ਸੀਨੀਅਰ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਜੋਰਾ ਸਿੰਘ ਜੀ, ਇੱਕ ਸਵਾਲ ਜਿਹੜਾ ਕਿਸਾਨਾਂ ਨੂੰ ਸਾਹਮਣੇ ਰੱਖ ਕੇ ਪੁੱਛਿਆ ਜਾਂਦਾ ਕਿ ਹਰ ਸਾਲ ਇੰਨੀ ਸਾਰੀ ਜਾਗਰੂਕਤਾ ਮੁਹਿੰਮ ਹੁੰਦੀ ਹੈ, ਉਹਦੇ ਨੁਕਸਾਨ ਤੋਂ ਅਸੀਂ ਸਾਰੇ ਜਾਣੂ ਹਾਂ, ਫਿਰ ਵੀ ਕਿਸਾਨ ਹਟਦੇ ਕਿਉਂ ਨਹੀਂ ਇਸ ਨੂੰ? ਜਿਹੜੀ ਗੱਲ ਹੁਣੇ ਤੁਸੀਂ ਸੁਣ ਕੇ ਹਟੇ ਆ, ਇਸ ਤੋਂ ਪਹਿਲਾਂ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੁਣ ਲੇਬਰ ਹੈ ਜੀ, ਉਹਦੀ ਬਹੁਤ ਘਾਟ ਹੁੰਦੀ ਜਾ ਰਹੀ ਹੈ ਜੀ। ਤੇ ਹੁਣ ਕਣਕ ਹੀ ਵੱਢੀ ਹੈ, ਅਸੀਂ ਕਣਕ ਵੱਢਣ ਖਾਤਰ ਸਾਡੇ ਕੋਲ ਕੋਈ ਭਈਆ ਨਹੀਂ ਆਇਆ ਜੀ। ਅਗਰ ਸਾਡੇ ਕੋਲ ਲੇਬਰ ਆ ਜਾਂਦੀ ਤਾਂ ਮੇਰਾ ਖਿਆਲ ਹੈ ਵੀ ਸਾਨੂੰ ਕਣਕ ਦੀ ਕੋਈ ਨਾੜ ਪਿੱਛੇ ਰਹਿਣਾ ਨਹੀਂ ਸੀਗਾ, ਕਿਉਂਕਿ ਹੱਥਾਂ ਨਾਲ ਕਟਾਈ ਹੋਣੀ ਸੀਗੀ ਜੀ ਤੇ ਉਹਦੀ ਚੰਗੀ ਤੂੜੀ ਬਣ ਜਾਣੀ ਸੀ। ਪਰ ਇਹ ਤਾਂ 1-2 ਸਾਲਾਂ ਦਾ ਮਸਲਾ ਹੈ ਨਾ, ਕਿ ਜਦੋਂ ਤੋਂ ਸਾਨੂੰ ਇੱਥੇ ਮਜ਼ਦੂਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਆ। ਪਰ ਜਿਹੜਾ ਨਾੜ ਸਾੜਨ ਵਾਲਾ ਮਸਲਾ ਉਹ ਤਾਂ ਬਹੁਤ ਪੁਰਾਣਾ ਹੋ ਗਿਆ। ਹੁਣ ਪੁਰਾਣਾ ਤਾਂ ਹੋ ਗਿਆ ਸਰ, ਗੱਲ ਤਾਂ ਉੱਥੇ ਆ ਕੇ ਖੜਨੀ ਹੈਗੀ ਕਿ ਜਦੋਂ ਤੱਕ ਨਾੜ ਖੇਤ ਦੇ ਵਿੱਚ ਹੈਗਾ ਜੀ, ਜਿਵੇਂ ਹੁਣ ਅਸੀਂ ਜੀਰੀ ਲਾਉਣੀ ਹੈ ਜੀ, ਤੇ ਜੀਰੀ ਜੇ ਉਹਨੂੰ ਨਾੜ ਨੂੰ ਗਾਲਣ ਖਾਤਰ ਵੀ, ਵਾਹੁਣ ਖਾਤਰ ਵੀ ਜੇ ਪਾਣੀ ਲਾਉਣਾ ਪਊਗਾ ਜੀ, ਤੇ ਪੰਜਾਬ ਸਰਕਾਰ ਮਾਫ ਕਰਨਾ ਅੱਜ 4 ਘੰਟੇ 3 ਘੰਟੇ ਬਿਜਲੀ ਦੇ ਰਹੀ ਹੈ, ਜਿਹੜੀ ਕਿ ਉਹ ਸਾਡੀ ਜਿਹੜੀ ਅੱਜ ਦੇ ਪੱਠੇ ਬੀਜੇ ਹੋਏ ਆ, ਤੇ ਦੂਜੇ ਪਾਸੇ ਜਿਹੜੀ ਪਨੀਰੀ ਹੈ ਉਹਨੂੰ ਜ਼ਰੂਰ ਪਾਣੀ ਲਾਉਣਾ, ਉਹ ਵੀ ਕਦੇ ਰਾਤ ਨੂੰ ਆਉਂਦੀ ਕਦੇ ਦਿਨ ਆਉਂਦੀ ਹੈ ਜੀ, ਤੇ ਉਹਨੂੰ ਪਾਣੀ ਲੱਗੂਗਾ ਤਾਂ ਹੀ ਜ਼ਮੀਨ ਵਾਹ ਹੋਊਗੀ। ਵਾਹ ਕੇ ਫਿਰ ਉਹਨੂੰ ਵਿੱਚ ਸਾੜਨ ਵਾਸਤੇ ਵੀ ਤਾਂ ਪਾਣੀ ਚਾਹੀਦਾ ਜੀ। ਸੋ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਨਾੜ ਨੂੰ ਫੂਕਣ ਦਾ, ਕਿਸਾਨ ਕੋਲ ਹੋਰ ਕੋਈ ਰਾਹ ਨਹੀਂ। ਜੋਰਾ ਸਿੰਘ ਜੀ, ਫਿਰ ਸਵਾਲ ਮੇਰਾ ਮੁੜ ਕੇ ਫਿਰ ਉਹੀ ਹੈ ਕਿ ਜਿਹੜਾ ਸਰਕਾਰ ਨੇ ਪਾਬੰਦੀ ਲਾਈ ਹੈ ਕਿ ਇੰਨੀ ਤਰੀਕ ਤੋਂ ਪਹਿਲਾਂ ਤੁਸੀਂ ਜੀਰੀ ਨਹੀਂ ਲਾ ਸਕਦੇ, ਉਹ ਤੋਂ ਪਹਿਲਾਂ ਅਸੀਂ ਬਿਜਲੀ ਘੱਟ ਦੇਵਾਂਗੇ, ਇਹ ਵੀ 2 ਸਾਲ ਦਾ ਹੀ ਮਸਲਾ ਹੈ, ਇਹ ਵੀ ਉਹ ਤੋਂ ਜ਼ਿਆਦਾ ਪੁਰਾਣਾ ਮਸਲਾ ਨਹੀਂ ਹੈਗਾ। ਨਾੜ ਉਹ ਤੋਂ ਵੀ ਪੁਰਾਣਾ ਮਸਲਾ ਹੈ। ਨਹੀਂ, ਨਾੜ ਹੈਗਾ ਪੁਰਾਣਾ ਮਸਲਾ, ਮੈਂ ਤੁਹਾਡੇ ਨਾਲ ਐਗਰੀ ਕਰਦਾ, ਪਰ ਤੁਸੀਂ ਹੈਰਾਨ ਹੋਗੇ ਜਦੋਂ ਸਵਰਾਜ ਨੇ ਕੰਬਾਈਨ ਬਣਾਈ ਹੈ ਜੀ, ਉਹ ਪਹਿਲੀ ਕੰਬਾਈਨ ਮੇਰੇ ਖੇਤ ਵੀ ਚੱਲੀ ਸੀਗੀ ਜੀ, ਚੱਪੜਚਿੜੀ।
ਤੇ ਉਹ ਬੰਡਲ ਬਣਾਉਂਦੀ ਸੀ ਉਸੇ ਟਾਈਮ ਨਾਲ ਦੀ ਨਾਲ। ਜੀ। ਪਰ ਮੈਨੂੰ ਹੈਰਾਨ ਦੀ ਗੱਲ ਹੈ ਵੀ ਉਸ ਤੋਂ ਬਾਅਦ ਜਿਹੜੀਆਂ ਕੰਬਾਈਨਾਂ ਬਣੀਆਂ ਜਾਂ ਉਹ ਵੀ ਕੰਬਾਈਨ ਜਿਹੜੀ ਬਣਾਈ ਸੀ ਉਹਨੇ ਕਿਤੇ ਉਹਦੇ ਬੰਡਲ ਨਹੀਂ ਬਣਾਏ, ਜਿਹੜਾ ਰਹਿੰਦ ਖੂੰਹਦ ਸੀਗੀ ਜੀ, ਤੇ ਉਹ ਜਿਹੜੀ ਰਹਿੰਦ ਖੂੰਹਦ ਪਿੱਛੇ ਰਹਿ ਜਾਂਦੀ ਹੈ, ਕੰਬਾਈਨ ਤਾਂ ਕੱਟ ਕੇ ਚਲੀ ਜਾਂਦੀ ਹੈ, ਉਹਨਾਂ ਤਾਂ ਦਾਣਾ ਤੁਹਾਡਾ ਕੱਢਣਾਗਾ ਜੀ, ਜਿਹੜੀ ਰਹਿੰਦ ਖੂੰਹਦ ਹੈ ਉਹ ਫਿਰ ਸਾਡੇ ਕਾਬੂ ਨਹੀਂ ਆਉਂਦੀ ਜੀ। ਸਰਕਾਰ ਨੂੰ ਅਗਰ, ਹਾਲਾਂਕਿ ਜ਼ਿਮੀਂਦਾਰ ਤਾਂ ਬਹੁਤ ਵੱਡਾ ਸਫਰਰ ਹੈ ਕਿ ਮੈਂ ਕਹੂੰਗਾ ਵੀ ਮੈਂ ਪਿੱਛੇ ਜਾ ਕੇ ਉੱਥੇ ਆਪਣੇ ਦਿੱਲੀ ਵਿੱਚ ਵੀ ਮੈਂ ਗੱਲ ਕਰਕੇ ਆਇਆ ਸੀਗਾ ਕਿ ਜਿਹੜਾ ਇਹ ਸਾਡਾ ਕਿਸਾਨ ਹੈ ਜੀ, ਚਾਹੇ ਮੈਂ ਚਾਹੇ ਕੋਈ ਵੀ ਹੈ ਪੰਜਾਬ ਦੇ ਵਿੱਚ ਜੀ, ਸਾਡੀ ਕਿਸਾਨੀ ਤਾਂ ਸਾਡੇ ਸੰਦਾਂ ਨੇ ਹੀ ਖਾਲੀ ਖੇਤਾਂ ਦੇ ਨੇ ਜੀ। ਹੁਣ ਤੁਸੀਂ ਹੈਰਾਨ ਹੋਵੋਗੇ, ਇੱਕ ਪਾਸੇ ਕੰਬਾਈਨ ਵੱਢਦੀ ਹੈ, ਦੂਜੇ ਪਾਸੇ ਅਸੀਂ ਫਿਰ ਦੁਬਾਰਾ ਉਹਦੇ ਦੂਜੀ ਮਸ਼ੀਨ ਲਿਆਂਦੀ ਰੀਪਰ ਜੀ, ਉਹ ਤੂੜੀ ਬਣਾਉਣੇ ਵਾਲੇ ਲਹਿਦੇ ਪੈਸੇ ਲੈ ਕੇ ਗਏ, ਕੰਬਾਈਨ ਵੱਢਣ ਵਾਲਾ ਲਹਿਦੇ ਪੈਸੇ ਲੈ ਕੇ ਗਿਆ। ਅਗਰ ਉਹੀ ਕੰਮ ਰੀਪਰ ਦਾ ਕੰਬਾਈਨ ਕਰ ਦੇਵੇ ਨਾਲ ਦੀ ਨਾਲ, ਜੇ ਉਹਨੂੰ ਰਹਿੰਦ ਖੂੰਹਦ ਨੂੰ ਇਕੱਠੀ ਕਰ ਲਵੇ, ਕਿਸੇ ਤਰ੍ਹਾਂ ਉਹਦੇ ਬੰਡਲ ਬਣਾ ਦੇਵੇ, ਤਾਂ ਮੇਰਾ ਖਿਆਲ ਹੈ ਵੀ ਸਾਡੀ ਇੱਕ ਚੀਜ਼ ਤਾਂ ਬਚੂਗੀ। ਪਰ ਸਵਾਲ ਤਾਂ ਇਹ ਹੈ ਨਾ ਕਿ ਵੀ ਤੂੜੀ ਵਾਲੀ ਮਸ਼ੀਨ ਖੇਤ ਦੇ ਵਿੱਚ ਚੱਲਣ ਤੋਂ ਬਾਅਦ ਵੀ ਜਿਹੜੀ ਬਚਦੀ ਨਾੜ ਆ ਉਹਨੂੰ ਵੀ ਅੱਗ ਲੱਗਦੀ ਹੈ। ਨਹੀਂ, ਨਾੜ ਕਿਉਂ ਲੱਗਦੀ ਹੈ? ਇਹਦਾ ਕਾਰਨ ਹੈ ਜਿਹੜੇ ਉੱਥੇ ਵੱਟਾਂ ਪਾਈਆਂ ਸੀ ਖੇਤ ਦੇ ਵਿੱਚ, ਵੱਟਾਂ ਦੇ ਉੱਪਰ ਰੀਪਰ ਨਹੀਂ ਚੱਲਦਾ। ਉਹ ਰੀਪਰ ਵਾਲੀ ਜਗ੍ਹਾ ਜਿਹੜੀ ਵੱਟਾਂ ਗਈਆਂ ਉੱਥੇ ਕਣਕ ਦੇ ਉਹ ਸਿਆੜ ਖੜੇ ਰਹਿ ਜਾਂਦੇ ਨੇ ਉਸੇ ਤਰ੍ਹਾਂ ਜੀ। ਕਟਾਰੀਆ ਜੀ, ਜਿਹੜਾ ਤੁਹਾਡਾ ਮਹਿਕਮਾ ਹੈ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦਾ, ਜੋ ਜੋਰਾ ਸਿੰਘ ਜੀ ਗੱਲ ਕਰ ਰਹੇ ਨੇ ਤੁਹਾਡੇ ਉਹ ਸਮਝ ਆਉਂਦੀ ਹੈ, ਤੁਹਾਡੇ ਮਹਿਕਮੇ ਦੇ ਸਮਝ ਆਉਂਦੀ ਹੈ, ਤੇ ਨਾਲ ਦੀ ਨਾਲ ਤੁਹਾਡੇ ਮਹਿਕਮੇ ਦੀ ਇਹ ਜ਼ਿੰਮੇਵਾਰੀ ਹੈ ਕਿ ਜਿਸ ਕਿਸਮ ਦੀਆਂ ਮੁਸ਼ਕਿਲਾਂ ਇਸ ਵੇਲੇ ਖੇਤੀ ਰਾਹੀਂ ਪੂਰੇ ਸਮਾਜ ਨੂੰ ਦਰਪੇਸ਼ ਨੇ ਉਹਨਾਂ ਦਾ ਹੱਲ ਲੱਭਿਆ ਜਾਵੇ। ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਮਹਿਕਮਾ ਕੁਝ ਪਹਿਲ ਕਦਮੀਆਂ ਕਰਨ ਦੇ ਵਿੱਚ ਕੁਝ ਨਾਕਾਮਯਾਬ ਹੋਇਆ? ਸਰਦਾਰ ਜੋਰਾ ਸਿੰਘ ਉਹਨਾਂ ਨੇ ਜਿੱਦਾਂ ਗੱਲ ਕੀਤੀ ਹੈ ਕਿ ਲੇਬਰ ਦੀ ਸਮੱਸਿਆ ਜਿਹੜੀ ਹੈ, ਮੁੱਖ ਕਾਰਨ ਸਾਡੇ ਕੋਲ ਹੈਗਾ ਲੇਬਰ ਦੀ ਸਮੱਸਿਆ ਜੀ। ਜਿਸ ਤਰ੍ਹਾਂ ਨੇ ਕੰਬਾਈਨ ਦੀ ਗੱਲ ਕੀਤੀ, ਹੁਣ ਕੰਬਾਈਨ ਜਿਹੜੀ ਹੈ ਕਣਕ ਦੀ ਕਟਾਈ ਜਿਹੜੀ ਹੈ ਲਗਭਗ 90% ਏਰੀਏ ਦੇ ਵਿੱਚ, ਚਾਹੇ ਝੋਨਾ ਹੈ ਚਾਹੇ ਕਣਕ ਹੈ, ਉਹ ਕੰਬਾਈਨ ਨਾਲ ਕਟਾਈ ਹੁੰਦੀ ਹੈ। ਹੁਣ ਕੰਬਾਈਨ ਦੇ ਨਾਲ ਜੇਕਰ ਕਟਾਈ ਅਸੀਂ ਨਹੀਂ ਕਰਦੇ ਤਾਂ ਸਾਡਾ ਕੰਮ ਨਹੀਂ ਨਿਬੜਦਾ। ਜੇਕਰ ਕੰਬਾਈਨ ਨੂੰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਉਹ ਗੱਠਾਂ ਵੀ ਨਾਲ ਬਣਾ ਦਈਏ, ਤਾਂ ਕੰਬਾਈਨ ਜਿਹੜੀ ਇੰਨੀ ਵੋਲੂਮਨਸ ਹੋ ਜੂ, ਇੰਨੀ ਵੱਡੀ ਹੋ ਜੂਗੀ ਤੇ ਉਹਦਾ ਲੋਡ ਇੰਨਾ ਜ਼ਿਆਦਾ ਹੋ ਜੂਗਾ, ਉਹਦਾ ਨਿਬੇੜਾ ਨਹੀਂ ਹੁੰਦਾ ਫਿਰ। ਮਤਲਬ ਇਹ ਸਾਰੇ ਜਿਹੜੇ ਆ ਦੁਨੀਆ ਭਰ ਦੇ ਵਿੱਚ ਸਾਰੀ ਕੰਬਾਈਨਾਂ ਜਿਹੜੀਆਂ ਇਸੇ ਤਰ੍ਹਾਂ ਦੀਆਂ ਚੱਲਦੀਆਂ ਸਾਰੀ ਜਗ੍ਹਾ ਹੀ, ਤੇ ਬੇਲਰ ਉਹਦੇ ਨਾਲ ਚੱਲਦੇ ਨੇ ਅਲੱਗ। ਮਤਲਬ ਇਹ ਆ ਵੀ ਹਰ ਇੱਕ, ਜੇ ਤੁਸੀਂ ਸਾਰੀਆਂ ਹੀ ਚੀਜ਼ਾਂ ਇੱਕੋ ਮਸ਼ੀਨ ਤੋਂ ਕਰਵਾਉਣਾ ਚਾਹੋਗੇ ਤਾਂ ਉਹ ਮਸ਼ੀਨ ਮੈਨੇਜੇਬਲ ਨਹੀਂ ਹੁੰਦੀ। ਇਸੇ ਕਰਕੇ ਜਿਹੜੀਆਂ ਉਹ ਜਿਹੜੀ ਤੂੜੀ ਬਣਾਉਣ ਵਾਲੀ ਮਸ਼ੀਨ, ਇਹ ਨਿਰੋਲ ਪੰਜਾਬ ਦੀ ਦੇਣ ਹੈ। ਪੂਰੀ ਦੁਨੀਆ ਦੇ ਵਿੱਚ ਕਿਤੇ ਤੂੜੀ ਬਣਾਉਣ ਵਾਲੀ ਇਦਾਂ ਦੀ ਮਸ਼ੀਨ ਨਹੀਂ, ਸਿਰਫ ਹਿੰਦੁਸਤਾਨ ਦੇ ਵਿੱਚ ਆਪਣੀ ਲੋੜ ਨੂੰ ਦੇਖ ਕੇ ਪੰਜਾਬ ਸਾਡੀ ਯੂਨੀਵਰਸਿਟੀ ਨੇ, ਸਾਡੇ ਖੇਤੀ ਮਾਹਰਾਂ ਨੇ, ਸਾਡੇ ਵਿਭਾਗ ਨੇ ਇਹ ਡਿਵੈਲਪ ਕੀਤਾ। 1999 ਦੇ ਵਿੱਚ ਮੈਨੂੰ ਯਾਦ ਹੈ, ਮੈਂ ਪਹਿਲਾ ਸਟਾਰ ਰੀਪਰ ਖੇਤੀ ਯੂਨੀਵਰਸਿਟੀ ਤੋਂ ਦਾ ਵੱਧ ਹਿੱਸਾ ਇਹਦੇ ਵਿੱਚ ਜਿਹੜਾ ਭਾਦਸੋਂ ਵਾਲਿਆਂ ਨੇ ਤੇ ਮੋਗੇ ਵਾਲੇ ਤੇ ਸਰਹੰਦ ਵਾਲੇ ਮਿਸਤਰੀਆਂ ਨੇ ਪਾਇਆ, ਉਹਦਾ ਬਾਅਦ ਦੇ ਵਿੱਚ ਪੇਪਰ ਲਿਖ ਲੈਂਦੇ ਨੇ। ਹਾਂ ਵੀ ਉਹ ਜਿਹੜੀ ਹੈ 1999 ਦੇ ਵਿੱਚ ਭਾਦਸੋਂ ਦੇ ਕੋਲ ਇੱਕ ਕੰਪਨੀ ਨੇ ਸਟਾਰ ਰੀਪਰ ਬਣਾਇਆ। ਉਦੋਂ ਮੈਂ ਲੈ ਕੇ ਗਿਆ, ਸ਼ੁਰੂ ਦੇ ਵਿੱਚ ਅਸੀਂ ਟ੍ਰਾਇਲ ਵਾਸਤੇ ਲੈ ਕੇ ਗਏ। ਸਾਨੂੰ ਉਹਦੇ 'ਚ ਕੋਈ ਬਾਹਲੀ ਪ੍ਰੋਮਿਸ ਉਦੋਂ ਲੱਗਿਆ ਨਹੀਂ ਸੀ ਵੀ ਕੋਈ ਕੰਮ ਇਹ ਚੱਜ ਦਾ ਕਰਦੀ ਨਹੀਂ ਹੈ। ਹੌਲੀ ਉਹਦੇ 'ਚ ਜਿਉਂ ਲੋੜ ਪਈ ਸਾਡੀ ਰਿਫਾਈਨਮੈਂਟ ਹੋ ਗਈ, ਬੜਾ ਵਧੀਆ ਹੋ ਗਿਆ। ਹੁਣ ਦੇਖੋ ਤੂੜੀ ਦਾ ਭਾਅ ਜਿਹੜਾ ਹੈ ਇਹ ਸੀਜ਼ਨ ਦੇ ਵਿੱਚ ਵੀ 300-400 ਰੁਪਏ। ਚਲੋ ਉਹ ਤੂੜੀ ਵਾਲੀ ਗੱਲ ਤੇ ਇੱਕ ਵੱਖਰੀ ਹੋ ਗਈ। ਮਸਲਾ ਆਪਣਾ ਇਹ ਹੈਗਾ ਕਿ ਵੀ ਖੇਤਾਂ ਦੇ ਵਿੱਚ ਨਾੜ ਸੜੀ ਜਾਂਦੀ ਹੈ, ਜਿਹਦੇ ਕਾਰਨ ਸਾਨੂੰ ਤਮਾਮ ਕਿਸਮ ਦਾ ਨੁਕਸਾਨ ਹੁੰਦਾ ਹੈ, ਪ੍ਰਦੂਸ਼ਣ ਹੁੰਦਾ ਹੈ, ਬਿਮਾਰ ਹੁੰਦੇ ਨੇ ਲੋਕ, ਜਾਨਵਰ ਉਹਦੇ ਵਿੱਚ ਸੜ ਜਾਂਦੇ ਨੇ। ਤੇ ਖੇਤ ਜਿਹੜੇ ਆਲੇ ਦੁਆਲੇ ਤੁਸੀਂ ਦੇਖੋਗੇ, ਜੇ ਜੀਟੀ ਰੋਡ ਦੇ ਕੰਢੇ ਜਾਓ ਜਿੱਥੇ ਜਿੱਥੇ ਅੱਗ ਲੱਗੀ ਹੈ, ਤੇ ਸਾਰਾ ਜਿਹੜੇ ਖਤਾਨ ਦੇ ਵੀ ਖੇਤ ਜਿਹੜੇ ਦਰਖਤ ਨੇ ਉਹ ਝੁਲਸੇ ਖੜੇ ਨੇ। ਇਹ ਤੋਂ ਕਿਵੇਂ ਬਚਿਆ ਜਾਵੇ? ਇਹ ਦੇਖੋ ਜੀ, ਇਹਦੇ 'ਚ ਇਹ ਹੈਗਾ ਵੀ ਜ਼ਿਮੀਂਦਾਰਾਂ ਨੂੰ ਆਪਣੀ ਸੋਸ਼ਲ ਰਿਸਪੌਂਸਿਬਿਲਟੀ, ਜਿਹੜੀ ਸਮਾਜਿਕ ਜ਼ਿੰਮੇਵਾਰੀ ਉਹ ਵੀ ਸਮਝਣੀ ਪਊਗੀ। ਜਿੱਥੇ ਜ਼ਿਮੀਂਦਾਰ ਜਿਹੜਾ, ਆਪਾਂ ਹੁਣ ਕਹਿ ਦਿੰਦੇ ਆ ਵੀ ਸਾਡੇ ਕੋਲ ਹੱਲ ਕੋਈ ਨਹੀਂ, ਹੱਲ ਹੈਗੇ ਆ, ਪਰ ਉਹਦੇ ਵਿੱਚ ਸਾਨੂੰ ਕੁਝ ਨਾ ਕੁਝ ਲਾਉਣਾ ਪੈਂਦਾ। ਅਸੀਂ ਆਪਣੀਆਂ ਫਿਊਚਰ ਜਨਰੇਸ਼ਨਸ ਵਾਸਤੇ ਜੇਕਰ ਕੁਝ ਸੁਰੱਖਿਅਤ ਭਵਿੱਖ ਦੇਣਾ, ਉਹਨਾਂ ਨੂੰ ਚੰਗੀ ਮਿੱਟੀ, ਚੰਗਾ ਵਾਤਾਵਰਣ ਦੇਣਾ, ਤਾਂ ਉਹਦੇ 'ਚ ਸਾਨੂੰ ਕੁਝ ਨਾ ਕੁਝ ਇਨਵੈਸਟ ਕਰਨਾ ਪਊਗਾ। ਮਸ਼ੀਨਾਂ ਹੈਗੀਆਂ, ਅਵੇਲੇਬਲ ਹੈਗੀ ਵੀ ਇਹ ਜਿੱਦਾਂ ਹੁਣ ਇਹਨਾਂ ਨੇ ਕਿਹੜੀ ਮਸ਼ੀਨ ਦੀ ਗੱਲ ਕਰਦੇ ਹੋ? ਜਿਸ ਤਰ੍ਹਾਂ ਹੁਣ ਜਿਹੜਾ ਅਸੀਂ ਜਿਹੜੀ ਨਾੜ ਨੂੰ ਕਣਕ ਦੀ ਜਿਹੜੀ ਆ ਬਣਾਉਣ ਤੋਂ, ਤੂੜੀ ਬਣਾਉਣ ਤੋਂ ਬਾਅਦ ਜਿਹੜੇ ਕਰਚੇ ਰਹਿ ਜਾਂਦੇ ਨੇ, ਥੋੜੇ ਜਿਹੇ ਕਰਚੇ ਰਹਿੰਦੇ ਨੇ, ਉਹਨੂੰ ਜੇਕਰ ਅਸੀਂ ਉਹਦੇ 'ਚ ਰੋਟਾਵੇਟਰ ਨਾਲ ਜਾਂ ਤਵੀਆਂ ਨਾਲ ਵਿੱਚ ਵਾਹ ਦਈਏ ਤੇ ਉਹਦੇ ਵਿੱਚ ਜਿਹੜੀ ਹੈ ਕਾਫੀ ਹੱਦ ਤੱਕ ਜਿਹੜੀ ਹੈ ਉਹ ਹੋ ਜੂਗੀ। ਠੀਕ ਹੈ, ਪਾਣੀ ਕਿਉਂਕਿ ਸਾਡਾ ਜਿਹੜਾ ਹੈ ਝੋਨਾ ਜਿਹੜਾ ਹੈ ਲੱਗਦਾ, ਉਹ ਕੱਦੂ ਕਰਕੇ ਲੱਗਦਾ, ਉਹਦੇ ਨਾਲ ਕੁਝ ਹੱਦ ਤੱਕ ਕਰਚੇ ਤੈਰ ਜਾਂਦੇ ਨੇ। ਉਹਦੇ 'ਚ ਜਿਹੜੇ ਲੇਬਰ ਹੈ ਉਹ ਝੋਨਾ ਲਾਉਣ ਤੋਂ ਵੀ ਗੁਰੇਜ਼ ਕਰਦੀ, ਕਿਉਂਕਿ ਹੱਥਾਂ ਵਿੱਚ ਲੱਗਦੇ ਆ। ਪਰ ਇਹ ਹੈ ਵੀ ਇਹਦੇ ਵਿੱਚ ਇਹਦੀ ਫਿਰ ਮੈਕਨਾਈਜੇਸ਼ਨ ਵਾਲਾ ਪੱਖ ਆ, ਜਾਂ ਤਾਂ ਅਸੀਂ ਕੁਝ ਹਿੱਸਾ ਇਹਦਾ ਜਿਹੜਾ ਪੈਡੀ ਟਰਾਂਸਪਲਾਂਟਰ ਥੱਲੇ ਲੈ ਕੇ ਜਾਈਏ ਉਹਦੇ ਨਾਲ ਲਵਾਈਏ, ਜਾਂ ਕੁਝ ਜਿਹੜਾ ਡਾਇਰੈਕਟ ਸੀਡਡ ਰਾਈਸ ਹੈ ਉਹਦੇ ਨਾਲ ਲਵਾਈਏ। ਇਹ ਸਾਰੇ ਕੰਬੀਨੇਸ਼ਨ ਜਿਹੜੇ ਹੈ, ਜਾਂ ਕੁਝ ਹਿੱਸਾ ਅਸੀਂ ਜਿਹੜਾ ਹੈ ਉਹ। ਪਰ ਜਿਹੜੀਆਂ ਤੁਸੀਂ ਮਸ਼ੀਨਾਂ ਦੀ ਗੱਲ ਕੀਤੀ ਹੈ, ਚਾਹੇ ਤੁਸੀਂ ਰੋਟਾਵੇਟਰ ਦੀ ਗੱਲ ਕਰਦੇ ਹੋ, ਚਾਹੇ ਤੁਸੀਂ ਪੈਡੀ ਟਰਾਂਸਪਲਾਂਟਰ ਦੀ ਗੱਲ ਕਰਦੇ ਹੋ, ਇਹ ਬਹੁਤ ਮਹਿੰਗੇ ਨੇ। ਇਹ ਜਿੰਨੇ
ਜਿਹੜੀਆਂ ਵੱਡੀਆਂ ਜੋਤਾਂ ਪੰਜਾਬ ਦੇ ਵਿੱਚ ਹੈਗੀਆਂ ਨੇ ਤੇ ਜਿੰਨੀ ਗਿਣਤੀ 'ਚ ਕਿਸਾਨ ਨੇ, ਇੱਕ ਤਾਂ ਸਾਰੇ ਕਿਸਾਨ ਉਹ ਖਰੀਦ ਨਹੀਂ ਸਕਦੇ, ਇੱਕ ਗੱਲ। ਤੇ ਦੂਜੀ ਗੱਲ ਹੈ ਕਿ ਰੋਡਾਵੇਟਰ ਤੇ ਹਲ ਨਾਲ ਵਾਹੁਣ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਤਾਂ ਖਰਚਿਆਂ ਦਾ ਕੁਝ ਨਹੀਂ ਕਰਦਾ। ਨਹੀਂ ਦੇਖੋ, ਜਿਸ ਤਰ੍ਹਾਂ ਇਨਵਰਸ਼ਨ ਹੈ, ਜਿਹੜਾ ਹਲ ਅਸੀਂ ਵਾਹੁੰਦੇ ਹਾਂ ਉਹ ਸਿੰਪਲ ਉਹਨੂੰ ਖੋਲਦਾ ਜ਼ਮੀਨ ਨੂੰ, ਜਦੋਂ ਕਿ ਰੋਟਾਵੇਟਰ ਜਿਹੜਾ ਇਨਵਰਸ਼ਨ ਕਰਦਾ, ਉਹਦੇ ਨਾਲ ਕੀ ਹੈ ਕਿ ਅੱਧ ਤੋਂ ਜ਼ਿਆਦਾ ਜਿਹੜੀ ਹੈ ਸਾਡੇ ਜਿਹੜੇ ਕੱਟੇ ਹੋਏ ਖਰਚੇ ਹੁੰਦੇ ਨੇ ਉਹ ਜ਼ਮੀਨ ਦੇ ਥੱਲੇ ਤਾਂ ਆਉਂਦਾ ਹੀ ਹੈ, ਥੋੜਾ ਪਲਟਦਾ ਤਾਂ ਹੈ ਹੀ ਇਹਨੂੰ, ਤੇ ਉਹ ਥੱਲੇ ਦਬ ਜਾਂਦੇ ਨੇ ਉਹਦੇ ਨਾਲ। ਤੇ ਇਸੇ ਤਰ੍ਹਾਂ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਮਹਿੰਗੀਆਂ ਮਸ਼ੀਨਾਂ ਦੀਆਂ ਆਪਸ਼ਨਸ ਠੀਕ ਹੈ, ਮੈਂ ਮੰਨਦਾ ਵੀ ਲੱਖ ਰੁਪਏ ਤੋਂ ਉੱਪਰ ਰੋਟਾਵੇਟਰ ਇਸ ਵੇਲੇ ਹੈਗਾ। ਸਰਕਾਰ ਨੇ ਸਹੂਲਤਾਂ ਜਿਹੜੀਆਂ ਸੈਂਟਰ ਗਵਰਨਮੈਂਟ ਵੀ ਦਿੰਦੀ ਹੈ, ਲੱਖ ਰੁਪਏ ਤੋਂ ਉੱਪਰ ਰੋਟਾਵੇਟਰ ਹੈ ਤੇ ਉਹਦੇ ਲਈ ਤੁਹਾਨੂੰ ਵੱਡਾ ਟਰੈਕਟਰ ਵੀ ਚਾਹੀਦਾ। ਬਿਲਕੁਲ ਚਾਹੀਦਾ, ਕਿਉਂਕਿ ਇਹਦਾ ਦੂਜੇ ਪਾਸੇ ਇਹ ਵੀ ਦੇਖੋ ਨਾ, ਇਹ 3-4 ਆਪਰੇਸ਼ਨ ਨੂੰ ਸਿੰਗਲ ਆਪਰੇਸ਼ਨ ਕਰਦਾ, ਸਪਲੀਮੈਂਟ ਕਰਦਾ। ਤੇ ਮਤਲਬ ਐਗਰੀ ਮਸ਼ੀਨਰੀ ਸਰਵਿਸ ਸੈਂਟਰ ਵਿਭਾਗ ਜਿਹੜਾ ਹੈਗਾ, ਅਸੀਂ ਫਾਰਮਰਸ ਕਮਿਸ਼ਨ ਦੇ ਥਰੂ ਸਾਰੇ ਪੰਜਾਬ ਦੇ ਵਿੱਚ ਹੌਲੀ-ਹੌਲੀ ਖੋਲ ਰਹੇ ਹਾਂ, ਤਾਂ ਕਿ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਨੂੰ ਇਹ ਖਰੀਦਣ ਦੀ ਲੋੜ ਨਾ ਪਵੇ, ਇਹ ਆਪਣਾ ਕਿਰਾਏ ਤੇ ਉੱਥੋਂ ਲੈਣ ਤੇ ਚਲਾਉਣ। ਹੌਲੀ-ਹੌਲੀ ਇਹ ਮੁਹਿੰਮ ਹੈ, ਇਹ ਇੱਕ ਦਿਨ 'ਚ ਕਾਮਯਾਬ ਨਹੀਂ ਹੋਣੀ, ਹੌਲੀ-ਹੌਲੀ ਚੱਲਣੀ। ਅਜੇ ਲੋਕਾਂ ਦੇ ਵਿੱਚ ਜਿਹੜਾ ਇੱਕ ਸਟੇਟਸ ਸਿੰਬਲ ਹੈ ਵੀ ਮੇਰੇ ਕੋਲ ਵੀ ਸਾਰੇ ਸੰਦ ਹੋਣ, ਮੇਰੇ ਕੋਲ ਵੱਡਾ ਟਰੈਕਟਰ ਹੋਵੇ, ਇਹ ਜਦੋਂ ਹੌਲੀ-ਹੌਲੀ ਇਹ ਮਾਈਂਡ ਸੈਟ ਜਿਹੜਾ ਹੈ ਜ਼ਿਮੀਂਦਾਰਾਂ, ਇਹ ਜਿਹੜੀ ਪੂਰੀ ਦਲੀਲ ਹੈ ਆਪਾਂ ਪਿਛਲੇ ਘੱਟੋ ਘੱਟ 15 ਸਾਲਾਂ ਤੋਂ ਸੁਣ ਰਹੇ ਹਾਂ ਕਿ ਇੱਕ ਦਿਨ 'ਚ ਨਹੀਂ ਹੋ ਸਕਦਾ ਤੇ ਹੌਲੀ-ਹੌਲੀ ਹੋਏਗਾ। ਹਮੀਰ ਜੀ, ਜਿਹੜਾ ਮਸਲਾ ਹੈ ਉਹ ਜਿਹੜੀ ਜੋਰਾ ਸਿੰਘ ਹੋਣ ਵਾਲੀ ਦਲੀਲ ਹੈ ਤੇ ਜਿਹੜੀ ਕਟਾਰੀਆ ਜੀ ਦੀ ਦਲੀਲ ਹੈ, ਉੱਥੇ ਤੱਕ ਹੀ ਹੈ ਜਾਂ ਇਹ ਤੋਂ ਵੱਡਾ ਹੈ? ਮੈਨੂੰ ਲੱਗਦਾ ਕਿ ਇੱਕ ਓਵਰਆਲ ਜਿਹੜਾ ਸੋਚਣ ਦਾ ਨਜ਼ਰੀਆ ਹੈ, ਇਹ ਬੇਸਿਕ ਇਹਦੇ 'ਚ ਰੁਕਾਵਟ ਹੈ। ਇਹ ਕੇਵਲ ਖੇਤੀ 'ਚ ਨਹੀਂ, ਇਹ ਤਾਂ ਨਜ਼ਰ ਆਉਂਦਾ ਹੈ ਕਿਉਂਕਿ ਜਿਹੜਾ ਵਾਤਾਵਰਨ ਦਾ ਇਸ਼ੂ ਹੈ, ਪ੍ਰਦੂਸ਼ਣ ਦਾ ਮੁੱਦਾ ਹੈ, ਖੇਤੀ ਦੇ ਮਾਮਲੇ 'ਚ ਉਹ ਜ਼ਿਆਦਾ ਦਿਖਾਈ ਦਿੰਦਾ। ਖੇਤੀ ਦੇ ਮਾਮਲੇ 'ਚ ਕਿਉਂਕਿ ਇਮੀਡੀਏਟ ਤੁਰੰਤ ਦਿਖਾਈ ਦੇ ਜਾਂਦਾ ਵੀ ਉਹ ਅੱਗ ਬਲਦੀ ਹੈ। ਇੰਡਸਟਰੀ ਹੈ, ਜਿੰਨਾ ਗੰਦਾ ਪਾਣੀ ਪੈਂਦਾ, ਕੋਈ ਟ੍ਰੀਟਮੈਂਟ ਪਲਾਂਟ ਨਹੀਂ ਚੱਲਦਾ। ਸਾਰੇ ਲੁਧਿਆਣੇ 'ਚ ਦੇਖ ਲਓ, ਵੱਖ-ਵੱਖ ਥਾਂ ਲੋਕ ਧਰਨੇ, ਮੁਜ਼ਾਹਰੇ, ਔਰ ਜਿਹੜੀਆਂ ਚੀਜ਼ਾਂ ਅੱਗੇ ਤੱਕ ਪਾਕਿਸਤਾਨ ਤੱਕ ਚਲੀਆਂ ਜਾਂਦੀਆਂ ਨੇ, ਡਰੇਨੇਜ ਤੇ ਜਿੰਨਾ ਕੁ ਚੀਜ਼ਾਂ ਪੈਂਦੀਆਂ ਨੇ। ਔਰ ਇਸੇ ਤਰ੍ਹਾਂ ਜਿੰਨੀਆਂ ਵੀ ਕੰਪਨੀਆਂ ਪਲਾਸਟਿਕ ਦੀਆਂ ਬਣਾਉਂਦੀਆਂ ਨੇ, ਪਾਣੀ ਵਾਲੀ ਬੋਤਲ ਤੋਂ ਲੈ ਕੇ ਜੇ ਉਹ, ਉਹਨਾਂ ਦਾ ਕੀ ਕਰਨਾ, ਇਹਦਾ ਕੋਈ ਸਿਸਟਮ ਨਹੀਂ ਹੈ, ਮਤਲਬ ਉਸ ਲੈਵਲ ਦੀ ਕੋਈ ਅਕਾਊਂਟੇਬਿਲਟੀ ਨਹੀਂ ਹੈ, ਸੋਸ਼ਲ ਰਿਸਪੌਂਸਿਬਿਲਟੀ। ਮੈਨੂੰ ਲੱਗਦਾ ਅਪਰੋਚ ਦੇ ਤੌਰ ਤੇ ਬੜੇ ਲੰਮੇ ਸਮੇਂ ਤੋਂ ਮਨੁੱਖ ਨੇ ਇਹ ਬਣਾ ਲਈ ਹੈ ਸੋਝੀ ਦੇ ਤੌਰ ਤੇ ਕਿ ਜਿਹੜੇ ਨੈਚੁਰਲ ਰਿਸੋਰਸ ਜਿਹਨੇ ਕੁਦਰਤੀ ਸਾਧਨ ਜਿੰਨੇ ਵੀ ਹੈਗੇ ਨੇ, ਇਹ ਅਸੀਮਤ ਵੀ ਨੇ ਤੇ ਇਹ ਮੁੱਕ ਵੀ ਨੇ, ਆਪੇ ਠੀਕ ਹੋ ਜਾਂਦਾ ਹੁੰਦਾ ਹੈ ਕਿ ਬਹੁਤਾ ਬੜਾ ਇਹਦੇ ਤੇ ਕੋਈ ਤਰੱਦਦ ਕਰਨ ਦੀ ਲੋੜ ਨਹੀਂ ਹੈ। ਇੱਕ ਇਹ ਮਾਨਸਿਕਤਾ ਬਣਾ ਲਈ ਹੈ। ਤੇ ਇਹਦੇ ਤੋਂ ਇਲਾਵਾ ਪਿਛਲੇ 20 ਸਾਲਾਂ ਤੋਂ ਜਿਹੜੀ ਇਹ ਧਾਰਨਾ ਹੈ ਕਿ ਵੀ ਪਾਣੀ ਖਤਮ ਨਹੀਂ ਹੋਣਾ, ਹਵਾ ਤੁਹਾਡੇ ਕੋਲ ਸਦੀਵੀ ਹੈ, ਇਹ ਪਿਛਲੇ 20 ਸਾਲਾਂ ਤੋਂ ਤਾਂ ਪੰਜਾਬੀ ਮਤਲਬ ਜਿਹੜੇ ਬਹੁਤ ਪੰਜਾਬੀ ਪਾਣੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਸਮਝ ਆ ਗਈ ਹੈ ਕਿ ਵੀ ਪਾਣੀ ਸਦਾ ਨਹੀਂ ਰਹਿਣਾ। ਦੋ ਚੀਜ਼ਾਂ ਨੇ, ਇੱਕ ਹੁੰਦੇ ਵੀ ਸੁਪਰਫੀਸ਼ੀਅਲੀ ਸਮਝ ਆ ਜਾਣਾ, ਇੱਕ ਧੁਰ ਅੰਦਰ ਤੱਕ ਉਹਨੇ ਗ੍ਰਾਸਪ ਕਰ ਲੈਣਾ ਵੀ ਇਹਦੀ ਇੰਪੋਰਟੈਂਸ ਕੀ ਹੈ, ਮਹੱਤਵ ਕੀ ਹੈ। ਅਜੇ ਤੱਕ ਮੈਨੂੰ ਲੱਗਦਾ ਉਸ ਅਹਿਸਾਸ ਦੇ ਪੱਧਰ ਤੱਕ ਨਹੀਂ ਅਸੀਂ ਗਏ। ਤੇ ਇਦੋਂ ਅਗਲਾ ਇੱਕ ਬੜਾ ਵੱਡਾ ਪਹਿਲੂ ਇਹ ਵੀ ਹੈ ਕਿ ਜ਼ਿੰਦਗੀ ਜਿੰਨੀ ਮਹਿੰਗੀ ਹੋ ਗਈ, ਇਹਦੇ 'ਚ ਖੜਾ ਰਹਿਣ ਦੇ ਲਈ ਵੀ ਬੰਦੇ ਨੂੰ ਕਈ ਦਫਾ ਕਈ ਗਲਤੀਆਂ ਵੀ ਨਾਲ ਲੈ ਕੇ ਹੀ ਚੱਲਦਾ ਆਦਮੀ। ਅਸੀਂ ਇਹ ਵੀ ਦੇਖਦੇ ਹਾਂ ਪਿਛਲੇ 20-25 ਸਾਲਾਂ ਤੋਂ ਕਿ ਇੱਕ ਸਮਾਂ ਸੀ ਜਦੋਂ ਕਿਸਾਨੀ ਥੋੜੀ ਜਿਹੀ ਗਰੋ ਕਰਦੀ ਨਜ਼ਰ ਆਉਂਦੀ ਸੀ। ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਥੋੜਾ ਜਿਹਾ ਚਿਰ ਆਇਆ ਸੀ, ਪਰ ਇਦੋਂ ਬਾਅਦ ਹੁਣ ਲਗਾਤਾਰ ਸੁਸਾਈਡ, ਖੁਦਕਸ਼ੀਆਂ। ਇਹਦਾ ਮਤਲਬ ਇਹ ਹੈ ਕਿ ਖੇਤੀ 'ਚੋਂ ਮੁਨਾਫਾ ਜਿਹੜਾ ਉਹ ਲਗਾਤਾਰ ਘਟਦਾ ਜਾ ਰਿਹਾ ਹੈ। ਤਾਂ ਅਸੀਂ ਇਕੱਲੇ ਕਿਸਾਨ ਨੂੰ ਕਹੀਏ ਵੀ ਤੂੰ ਹੀ ਆਪਣੀ ਉਤਪਾਦਨ ਲਾਗਤ ਵਧਾ ਕੇ ਤੂੰ ਇਹਦੇ ਤੋਂ ਪਿੱਛੇ ਹਟ ਜਾ, ਵੀ ਇਹ ਜਿਹੜਾ ਸਾਰੀ ਜ਼ਿੰਮੇਵਾਰੀ ਤੇਰੀ ਹੈ, ਸਮਾਜਿਕ ਰਿਸਪੌਂਸਿਬਿਲਿਟੀ ਹੈ, ਸਾਡੀ ਕੋਈ ਨਹੀਂ ਹੈ, ਤੇਰੀ ਰਿਸਪੌਂਸਿਬਿਲਿਟੀ ਹੈ। ਇਹਦੇ 'ਚ ਜਿਹੜਾ ਪਾਲਿਸੀ ਲੈਵਲ ਦਾ ਸਮਰਥਨ ਚਾਹੀਦਾ ਹੈ, ਜਿਹੜਾ ਇਨਪੁਟ ਲੈਵਲ ਦਾ ਸਮਰਥਨ ਚਾਹੀਦਾ ਹੈ, ਹਰ ਕਿਸਮ ਦੀ ਸੋਸ਼ਲ ਤੇ ਇਕਨੋਮਿਕ ਉਹਨੂੰ ਏਡ ਚਾਹੀਦੀ ਹੈ। ਇਹਨਾਂ ਚੀਜ਼ਾਂ 'ਚ ਮਾਰਾਂ ਵੱਲੋਂ ਟੈਕਨੋਲੋਜੀ ਦੇਣ ਦੀ ਗੱਲ ਹੈ, ਜਿਵੇਂ ਜ਼ੀਰੋ ਟਿਲੇਜ ਦਾ ਕੁਐਸਚਨ ਸੀ, ਡਾਇਰੈਕਟ ਸੋਇੰਗ ਦਾ, ਉਹ ਫਲॉप ਕਿਉਂ ਰਿਹਾ? ਕਿਉਂਕਿ ਉਹ ਉਸ ਲੈਵਲ ਦੇ ਉਹਨੂੰ ਪ੍ਰੋਫਿਟੇਬਲ ਨਹੀਂ ਦਿਖਾ ਸਕਿਆ ਬਣਾ ਕੇ। ਉਹ ਕਰੇਗਾ ਤਾਂ ਜੇਕਰ ਟੈਕਨੋਕ੍ਰੇਟ ਆਪਣੀ ਰਿਸਪੌਂਸਿਬਿਲਿਟੀ ਪੂਰੀ ਉਸ ਲੈਵਲ ਤੇ ਨਿਭਾਉਣਗੇ ਜਿਹੜਾ ਉਹਦਾ ਸਾਰਾ ਪ੍ਰੋਫਿਟ ਉਹਦੇ ਬਰਾਬਰ ਤਾਂ ਘੱਟੋ ਘੱਟ ਹੋਵੇ, ਬਲਕਿ ਉਦੋਂ ਜ਼ਿਆਦਾ ਹੋਵੇ। ਔਰ ਇਸੇ ਲਈ ਪਾਲਿਸੀ ਲੈਵਲ ਤੇ ਇਹ ਹੈ ਕਿ ਗਵਰਨਮੈਂਟਾਂ ਵੀ ਇਹਨੂੰ ਵੱਡੀ ਸਪੋਰਟ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ, ਕਿ ਉਹਦੇ ਤੋਂ ਜੇ ਕੋਈ ਗੱਲ ਨਹੀਂ ਤੁਹਾਡੇ 4 ਦਿਨ ਜ਼ਿਆਦਾ ਵੀ ਗੜ ਜਾਏਗਾ, ਉਦੋਂ ਜ਼ਿਆਦਾ ਵੀ ਲੱਗ ਜਾਣਗੇ, ਪਰ ਤੈਨੂੰ ਅਸੀਂ ਕੰਪਨਸੇਟ ਕਰਾਂਗੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ। ਫਿਰ ਉਹ ਫਾਰਮਰ ਸ਼ਾਇਦ ਉਸ ਪਾਸੇ ਵੱਲ ਜਾ ਸਕਦਾ। ਮੈਨੂੰ ਲੱਗਦਾ ਕਿ ਫਾਰਮਰ ਨੂੰ ਹੁਣ ਇਹ ਤਾਂ ਨਹੀਂ ਕੋਈ ਕਹੇਗਾ, ਕੋਈ ਵੀ ਫਾਰਮਰ ਸ਼ਾਇਦ, ਕਿ ਜਲਾਉਣਾ ਵਾਜਬ ਹੈ ਜੀ, ਪਰ ਉਹਨੂੰ ਖੜਾ ਕਰਨ ਦੇ ਲਈ ਜ਼ਰੂਰੀ ਹੈ। ਜਿਵੇਂ ਪੈਡੀ ਤੇ ਵੀਟ, ਝੋਨੇ ਦੇ ਵਿੱਚ ਵੀ ਜਦੋਂ ਗਵਰਨਮੈਂਟ ਲਗਾਈ ਤਾਂ ਰਿਆਇਤੀ ਖਾਦ, ਸਭ ਚੀਜ਼ਾਂ ਰਿਆਇਤੀ। ਕਟਾਰੀਆ ਜੀ ਨੂੰ ਇਹ ਪੁੱਛਣਾ ਚਾਹੁੰਦਾ, ਕਟਾਰੀਆ ਜੀ ਜਿਹੜੀ ਇਹ ਸਾਰੀ ਗੱਲ ਹੈ ਕਿ ਵੀ ਸਰਕਾਰ ਵੱਲੋਂ ਪਹਿਲਕਦਮੀ ਦੇ ਤੌਰ ਦੇ ਉੱਤੇ, ਨੀਤੀ ਦੇ ਤੌਰ ਦੇ ਉੱਤੇ ਜਿਹੜਾ ਇਹ ਸਾਰਾ ਪੱਖ ਹੈ, ਖਾਸ ਤੌਰ ਦੇ ਉੱਤੇ ਜਦੋਂ ਤੁਹਾਡੀ ਜਿਹੜੀ ਇਸ ਵੇਲੇ ਮਹਿਕਮਾ ਉਸ ਗੱਲ ਦੇ ਵਿੱਚ ਸ਼ਾਮਿਲ ਹੈ ਕਿ ਵੀ ਕਿਸ ਤਰੀਕੇ ਨਾਲ ਬੰਨ ਸੁਬੰਨਤਾ ਦੀ
ਜਿਹੜੀ ਸਕੀਮ ਬਣਾਈ ਜਾਵੇ ਪੰਜਾਬ ਦੇ ਵਿੱਚ, ਕਿਸ ਤਰੀਕੇ ਨਾਲ ਪੰਜਾਬ ਦਾ ਜਿਹੜਾ ਚੌਗਿਰਦਾ ਹੈ ਉਹਨੂੰ ਤੰਦਰੁਸਤ ਰੱਖਿਆ ਜਾਵੇ, ਤੇ ਕਿਤੇ ਨਾ ਕਿਤੇ ਉਹ ਇੱਕ ਕਮਜ਼ੋਰੀ ਰਹਿ ਗਈ ਹੈ ਉਸ ਸਾਰੀ ਗੱਲ ਨੂੰ ਲੈ ਕੇ। ਦੇਖੋ ਜੀ, ਸਰਕਾਰ ਜਦੋਂ ਵੀ ਕੋਈ ਪ੍ਰੋਗਰਾਮ ਬਣਾਉਂਦੀ ਹੈ, ਸਰਕਾਰ ਦੇ ਵੀ ਆਪਾਂ ਸਾਰੇ ਜਾਣਦੇ ਵੀ ਸਾਧਨ ਉਹਨਾਂ ਦੇ ਵੀ ਸੀਮਿਤ ਹੀ ਹੁੰਦੇ ਨੇ ਜੀ। ਆਪ ਅਲਟੀਮੇਟਲੀ ਟੈਕਸ ਪੇਅਰਸ ਤੋਂ ਟੈਕਸ ਕਲੈਕਟ ਕਰਨਾ ਹੈ, ਸਾਰੇ ਕੰਮ ਕਰਨੇ ਨੇ। ਉਹ ਜਿੰਨੀ ਕੁ ਐਲੋਕੇਸ਼ਨ ਹੁੰਦੀ ਹੈ ਉਹਦੇ ਹਿਸਾਬ ਨਾਲ, ਜਿਵੇਂ ਖੇਤੀਬਾੜੀ ਨੂੰ ਜਿੰਨੀ ਕੁ ਹੋਈ ਉਸ ਹਿਸਾਬ ਨਾਲ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ। ਠੀਕ ਹੈ ਤੁਹਾਡੀ ਗੱਲ, ਜਿੰਨਾ ਕਰਨਾ ਚਾਹੀਦਾ ਸੀ ਉਹਨਾਂ ਅਜੇ ਤੱਕ ਨਹੀਂ ਹੋਇਆ, ਬਟ ਕੋਸ਼ਿਸ਼ ਲਗਾਤਾਰ ਜਾਰੀ ਹੈ। ਹੁਣ ਜਿਸ ਤਰ੍ਹਾਂ ਫਸਲੀ ਵਿਭਿੰਨਤਾ ਦੇ ਵਿੱਚ ਵੀ ਜਿਹੜੇ ਵੀ ਰਿਸੋਰਸ ਕੰਜ਼ਰਵੇਸ਼ਨ ਨੂੰ ਅਸੀਂ ਮੇਨ ਥੀਮ ਮੰਨਿਆ ਵੀ, ਕਿਉਂਕਿ ਸਾਨੂੰ ਕਰਨੀ ਕਿਉਂ ਪਈ ਫਸਲੀ ਵਿਭਿੰਨਤਾ? ਪਾਣੀ ਸਾਡਾ ਪੱਧਰ ਥੱਲੇ ਜਾ ਰਿਹਾ, ਜ਼ਮੀਨ ਦੀ ਸਿਹਤ ਮਾੜੀ ਹੋਈ, ਅਦਰਵਾਈਜ਼ ਤੇ ਸਾਨੂੰ ਕੋਈ ਲੋੜ ਨਹੀਂ ਪੈਣੀ ਸੀ। ਤੇ ਇਸੇ ਕਰਕੇ ਹੀ ਸਾਨੂੰ ਜਿਹੜਾ ਮੇਨ ਮੁੱਦਾ ਸਾਡਾ ਇਹ ਹੈ ਵੀ ਅਸੀਂ ਆਪਣੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰੀਏ। ਉਹਦੇ ਵਿੱਚ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਹਮੀਰ ਸਿੰਘ ਉਹਨਾਂ ਨੇ ਕਿਹਾ ਵੀ ਬਹੁਤ ਹੱਦ ਤੱਕ ਹੁਣ ਜਿਹੜਾ ਹੈ ਹਾਲਾਤ ਨੇ ਲੋਕਾਂ ਨੂੰ ਸਾਰਿਆਂ ਨੂੰ ਹੀ ਸਮਝਾਤਾ ਵੀ ਇਹ ਸਾਨੂੰ ਕਰਨਾ ਪੈਣਾ। ਲੇਕਿਨ ਹੁਣ ਗੱਲ ਇਹ ਹੈ ਵੀ ਗੱਲ ਉੱਥੇ ਫਸੀ ਹੈ ਕਿ ਮੈਂ ਕਿਉਂ, ਕੋਈ ਹੋਰ ਕਿਉਂ ਨਾ ਕਰੇ। ਹਰ ਬੰਦਾ ਇਹ ਕਹਿੰਦਾ ਵੀ ਪਾਣੀ ਬਚਾਓ, ਸਾਰੇ ਬਚਾਓ। ਆਪ ਜਦੋਂ ਲਾਉਣ ਦੀ ਵਾਰੀ ਆਉਂਦੀ ਹੈ ਤੇ ਆਪਾਂ ਕਹਿੰਦੇ ਵੀ ਪੂਰਾ ਖੁੱਲ੍ਹ ਕੇ ਵਰਤੀਏ। ਮੈਂ 4-5 ਬਾਲਟੀਆਂ ਨਾਲ ਨਹਾਵਾਂ, ਗੁਆਂਢੀ ਮੇਰਾ ਪਾਣੀ ਦੀ ਜਿਹੜਾ ਹੈ 1 ਬਾਲਟੀ ਨਾਲ ਕਰੇ ਸਾਰਾ ਕੰਮ। ਉਹ ਗੱਲ ਹੈਗੀ। ਇਸੇ ਤਰ੍ਹਾਂ ਹੀ ਬਾਕੀ ਆ ਜਿਵੇਂ ਵਾਤਾਵਰਣ ਸਾਂਭਣ 'ਚ ਸਾਰੇ ਬੰਦੇ ਕਹਿੰਦੇ ਆ ਵੀ ਹਾਂ ਠੀਕ ਹੈ ਜੀ, ਸਾਨੂੰ ਨਹੀਂ ਬਰਨ ਕਰਨਾ ਚਾਹੀਦਾ, ਨਾੜ ਨਹੀਂ ਸਾੜਨਾ ਚਾਹੀਦਾ, ਇਹਨੂੰ ਇਨਕਾਰਪੋਰੇਟ ਕਰਨਾ ਚਾਹੀਦਾ। ਪਰ ਕੌਣ ਸ਼ੁਰੂ ਕਰੇ ਗੱਲ? ਇਹ ਆ ਵੀ ਉਹ ਚਲੋ ਠੀਕ ਹੈ ਜੀ, ਐਤਕੀ ਆਪਾਂ ਅੱਗ ਲਾ ਕੇ ਛੇਤੀ ਬੀਜੀਏ, ਆਪਣਾ ਲਈਏ, ਆਪਣਾ ਝਾੜ ਪੂਰਾ ਲਈਏ, ਅਗਲੇ ਵਾਰ ਵੀ ਦੇਖਾਂਗੇ ਜਦੋਂ ਤੱਕ ਕੋਈ ਆ ਜਾਊ। ਚੋਰਾ ਸਿੰਘ ਜੀ, ਜਿਹੜਾ ਝੋਨਾ ਪੰਜਾਬ ਦੇ ਵਿੱਚ ਹੋ ਰਿਹਾ, ਜਦੋਂ ਨਾੜ ਦੇ ਪੱਖ ਤੋਂ ਆਪਾਂ ਜੇ ਦੇਖੀਏ, ਬਾਕੀ ਗੱਲਾਂ ਸਾਰੀਆਂ ਛੱਡ ਦਈਏ ਵੀ ਜੇ ਝੋਨੇ ਦੀ ਥਾਂ ਤੇ ਕੋਈ ਹੋਰ ਫਸਲ ਆ ਜਾਵੇ ਤੇ ਨਾੜ ਵਾਲਾ ਮਸਲਾ ਕਣਕ ਦਾ ਵੀ ਹੱਲ ਹੋ ਜਾਊਗਾ ਤੇ ਬਾਕੀ ਵੀ ਹੱਲ ਹੋ ਜਾਏਗਾ। ਦੇਖੋ, ਜੇ ਅਸੀਂ ਝੋਨਾ ਛੱਡਦੇ ਆਂ, ਮੈਂ ਕਹਿੰਦਾ ਵੀ ਕੋਈ ਵੀ ਸੱਤੇ ਕ੍ਰੌਪ ਲਵਾ ਲਓ ਜੀ, ਪਰ ਝੋਨੇ ਨੇ ਇੱਕ ਵੱਡਾ ਨੁਕਸਾਨ ਇਹ ਕਰਤਾ, ਜਿੰਨੀ ਸਾਡੀ ਪੰਜਾਬ ਦੀ ਜ਼ਮੀਨ ਸੀਗੀ ਅਸੀਂ ਸਾਰੀ ਦਾ ਕੱਦੂ ਕਰਤਾ, ਪਡਲਿੰਗ ਕਰਤੀ ਜੀ। ਉਹ ਸੀਪੇਜ ਆਫ ਵਾਟਰ ਖਤਮ ਹੋ ਗਿਆ। ਜਿਹੜੀਆਂ ਵੀ ਹੁਣ ਸਾਨੂੰ ਕਹਿੰਦੇ ਮੱਕੀ ਲਾਓ ਡਿਵਰਸੀਫਿਕੇਸ਼ਨ ਵਿੱਚ, ਮੱਕੀ ਦੀ ਇੱਕ ਐਸੀ ਕ੍ਰੌਪ ਹੈ ਜੇ ਅਸੀਂ ਉਹ ਲਾਵਾਂਗੇ ਝੋਨੇ ਵਾਲੇ ਖੇਤਾਂ ਵਿੱਚ ਤਾਂ 2 ਮੀਂਹ ਲਗਾਤਾਰ ਪੈ ਗਏ, ਮੇਰੇ ਖਿਆਲ ਜਦੇ ਖਰਾਬ ਹੋ ਜਾਣਾ ਉਹਨੇ। ਹਾਂਜੀ। ਸੋ ਸਾਨੂੰ ਇਹ ਜੇ ਕਨਸੈਪਟ ਬਦਲਣਾ, ਤਾਂ ਮੈਂ ਤਾਂ ਇਹ ਸੁਜੈਸਟ ਕਰਦਾ ਸਰਕਾਰ ਨੂੰ, ਉਸ ਕ੍ਰੌਪ ਨੂੰ ਅਸੀਂ ਉੱਥੇ ਉਸ ਜ਼ੋਨ ਆਪਾਂ ਬਣਾਈਏ ਉਸ ਕਿਸਮ ਦੇ ਸਾਰੇ ਪੰਜਾਬ ਦੇ ਵਿੱਚ, ਜਿੱਥੇ ਜਿਹੜੀ ਚੀਜ਼ ਹੋ ਸਕਦੀ ਹੈ ਉਹ ਕਰੀਏ। ਫਿਰ ਉਹਨੂੰ ਕਿਸਾਨ ਨੂੰ ਸਪੋਰਟਿੰਗ ਪ੍ਰਾਈਸ ਉਨੀਓ ਦਿੱਤੀ ਜਾਵੇ। ਇਹ ਨਾ ਹੋਵੇ ਵੀ ਮੈਂ ਜੀਰੀ ਲਾਉਂਦਾ ਉਹਦੇ ਵਿੱਚੋਂ ਉਹਨੂੰ 25,000 ਰੁਪਏ ਮਿਲਦੇ ਤੇ ਸਾਨੂੰ ਇਹ ਕਹਿਣ ਵੀ ਸੋਇਆਬੀਨ ਬੀਜ ਲੈ ਤੇ ਉਹਦੇ ਵਿੱਚੋਂ ਸਾਨੂੰ 1,000 ਰੁਪਇਆ ਵੀ ਨਾ ਮਿਲੇ ਜੀ। ਸੋ ਇਹ ਜੇ ਡਿਵਰਸੀਫਿਕੇਸ਼ਨ ਵੀ ਕਰਨੀ ਹੈ, ਅਗਰ ਸਾਨੂੰ ਝੋਨੇ ਦੀ ਪਰਾਲੀ, ਮੈਂ ਗੱਲ ਆਪਣੇ ਉਹਦੇ ਤੇ ਆਈ ਸੀ ਫੂਕਦੇ ਕਿਉਂ ਹੈ, ਜਦ ਉਹਨੂੰ ਅੱਜ ਤੱਕ ਸਾਨੂੰ ਵਧੀਆ ਕੋਈ ਟੈਕਨੀਕਲ ਕੋਈ ਸਾਡੇ ਕੋਲ ਆਇਆ ਹੀ ਨਹੀਂ, ਕਿਉਂਕਿ ਪਰਾਲੀ ਨੂੰ ਗਾਲਣਾ ਪਾਣੀ ਨਾਲੇ ਗਲੂਗੀ ਜੀ। ਜੇ ਖੇਤ ਨੂੰ ਵਾਹੁਣਾ ਤਾਂ ਜੇ ਅੱਜ ਵੀ ਇਹ ਕਹਿੰਦੇ ਨੇ ਵੀ ਕਣਕ ਦਾ ਨਾੜ ਨਾ ਫੂਕੋ, ਉਹਨੂੰ ਤਵੀਆਂ ਨਾਲ ਵਾਹੋ, ਜੇ ਉਹ ਖੇਤ ਨੂੰ ਤਾਂ ਹੀ ਵਾਹੂਗੇ ਜੇ ਉਹ ਸਾਡਾ ਉੱਥੇ ਗਿੱਲਾ ਹੋਊਗਾ। ਜੇ ਗਿੱਲਾ ਹੋ ਗਿਆ ਅਸੀਂ ਉਹਨੂੰ ਵਿੱਚ ਨਾੜ ਨੂੰ ਦੱਬਾਂਗੇ ਤਾਂ ਹੀ ਉਹ 15-20 ਝੋਨੇ ਦੀ ਨਾੜ ਨੂੰ ਨਾ ਤੁਸੀਂ ਜਿੰਨਾ ਮਰਜ਼ੀ ਪਾਣੀ ਲਾ ਕੇ ਗਾਲਣ ਦੀ ਕੋਸ਼ਿਸ਼ ਕਰ ਜਾਓ, ਘੱਟੋ ਘੱਟ ਖੇਤ ਕਣਕ ਬੀਜਣ ਵੇਲੇ ਤੱਕ ਨਹੀਂ ਉਹ ਗਲ ਕੇ ਤਿਆਰ ਹੋ ਸਕਦਾ। ਨਹੀਂ ਹੈ, ਉਹ ਟਾਈਮ ਪੀਰੀਅਡ ਉਹਨਾਂ ਹੁੰਦਾ ਨਹੀਂ ਸਾਡੇ ਕੋਲ ਜੀ। ਹਮੀਰ, ਤੁਸੀਂ ਕੁਝ ਕਹਿ ਰਹੇ ਸੀ। ਮੈਂ ਇਹਦੇ ਤੇ ਕਹਿਣਾ ਚਾਹੁੰਦਾ, ਜਿਹੜਾ ਪਾਲਿਸੀ ਦਾ ਫੇਰ ਹੈ ਜੀ, ਪੰਜਾਬ ਗਵਰਨਮੈਂਟ ਵੀ ਹੈ ਲਗਭਗ 5,500 ਕਰੋੜ ਰੁਪਏ ਦੀ, ਹੁਣ ਤਾਂ ਹੋਰ ਵੀ ਹੌਲੀ ਹੌਲੀ ਵੱਧਦੀ ਜਾ ਰਹੀ ਹੈ, ਸਬਸਿਡੀ ਦਿੰਦੀ ਹੈ, ਪਾਵਰ ਸਬਸਿਡੀ ਜੀ। ਉਹ ਪਾਵਰ ਸਬਸਿਡੀ ਕਾਹਦੇ ਲਈ ਹੈ? ਝੋਨੇ ਲਈ ਹੈ ਤੇ ਕਹਿੰਦੀ ਹੈ ਡਿਵਰਸੀਫਿਕੇਸ਼ਨ ਕਰਨਾ ਜੀ। ਤੇ ਉਹੀ 5,000 ਕਰੋੜ ਰੁਪਏ ਦੀ ਮਾਰਕੀਟ ਸਪੋਰਟ ਫਾਰਮਰ ਨੂੰ ਡਿਵਰਸੀਫਿਕੇਸ਼ਨ ਦੇ ਵਿੱਚ ਕਿਉਂ ਨਹੀਂ ਦਿੱਤੀ ਜਾਂਦੀ? ਇੱਕ ਪੈਸਾ ਵੀ ਨਹੀਂ ਹੈ ਨਾ ਰਿਸਰਚ ਤੇ। ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਵੀ ਪੈਸਾ, 300 ਕਰੋੜ ਰੁਪਏ ਐਤਕੀ ਕਹਿੰਦੇ ਬਜਟ 'ਚ, ਉਹ ਸਾਰੀ ਸੈਲਰੀ ਹੈ ਜੀ। ਉਹਦੇ ਤੋਂ ਕੀ ਹੋਏਗਾ? ਦੂਜਾ ਅਗਲੀ ਗੱਲ ਇਹ ਹੈ, ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸਟੀਰੀਓਟਾਈਪਿੰਗ ਸਾਡਾ ਮਾਈਂਡ ਕਲੋਜ਼ ਹੋ ਗਿਆ। ਖੇਤੀਬਾੜੀ ਡਿਪਾਰਟਮੈਂਟ ਤੋਂ ਲੈ ਕੇ PAU ਤੱਕ, ਜੇ ਫਾਰਮਰ ਦੀ ਇਨਕਮ ਇਨਕਰੀਜ਼ ਕਰਨੀ, ਅਸੀਂ ਕਹਿੰਦੇ ਵੀ ਪਾਣੀ ਬਚਾਉਣਾ, ਖੇਤੀ ਬਚਾਉਣੀ ਹੈ, ਕਿਸਾਨ ਬਚੇਗਾ ਜਾਂ ਨਹੀਂ ਬਚੇਗਾ ਇਹ ਕੋਈ ਸਾਡੇ ਦਿਮਾਗ 'ਚ ਨਹੀਂ ਹੈ, ਮਤਲਬ ਹਿੱਸਾ ਹੀ ਨਹੀਂ ਹੈ ਦਿਮਾਗ ਦਾ। ਔਰ ਇਹਦੇ 'ਚ ਜੇਕਰ ਇੱਕ ਬੜਾ ਮੈਂ ਇੱਕ ਮਿਸਾਲ ਦੇਣਾ ਚਾਹਾਂ ਕਿ ਕਿਉਂ ਨਹੀਂ ਹੈ ਸਾਡੇ ਦਿਮਾਗ ਦੇ ਵਿੱਚ, ਮਨਰੇਗਾ ਸਕੀਮ ਦੇ ਵਿੱਚ 2 ਸਾਲ ਹੋ ਗਏ ਨੇ, ਨੋਟੀਫਾਈ ਹੋ ਗਿਆ ਕਿ 5 ਏਕੜ ਤੱਕ ਵਾਲਾ ਫਾਰਮਰ ਆਪਣੇ ਖੇਤ ਦੇ ਵਿੱਚ ਕੰਮ ਕਰਕੇ ਵੀ ਪੈਡੀ ਔਰ ਵੀਟ ਤੋਂ ਬਿਨਾ ਬਾਗਬਾਨੀ ਦੇ ਵਿੱਚ ਵਾਟਰ ਚੈਨਲ ਦੇ ਲਈ ਵੱਖ-ਵੱਖ ਕਿਸਮ ਦਾ ਦਿਹਾੜੀ ਲੈ ਸਕਦਾ। 184 ਰੁਪਏ ਪੰਜਾਬ 'ਚ ਦਿਹਾੜੀ ਹੈ, 18,400 ਰੁਪਇਆ ਉਹਦੀ ਐਡੀਸ਼ਨਲ ਇਨਕਮ ਕਰਾਈ ਜਾ ਸਕਦੀ ਹੈ। ਇੱਕ ਡਿਪਾਰਟਮੈਂਟ ਦੱਸੇ, ਕੋਈ ਬਿਆਨ ਜਾਰੀ ਹੋਇਆ ਹੋਵੇ, ਕਿਸੇ ਨੂੰ ਪਤਾ ਹੋਵੇ, ਕਿਸੇ ਨੇ ਕਿਸੇ ਦਾ ਜੌਬ ਕਾਰਡ ਬਣਾਇਆ ਹੋਵੇ, ਕਿਸੇ ਨੇ ਕੋਈ ਉਹਦੀ ਹੈਲਪ ਲਈ ਇਹ ਗੱਲ ਕੀਤੀ ਹੋਵੇ, ਕੋਈ ਨਹੀਂ, ਨਜ਼ਰਅੰਦਾਜ਼ ਹੈ ਟੋਟਲੀ 100%। ਕਿਉਂਕਿ ਜਿਹੜੀਆਂ ਨਵੀਆਂ ਕੁਝ ਆਪਸ਼ਨ 'ਚ ਹੈ ਵੀ ਨੇ, ਜਿਹਦੇ ਪੱਲਿਓਂ ਇੱਕ ਨਵਾਂ ਪੈਸਾ ਨਹੀਂ ਦੇਣਾ ਪੰਜਾਬ ਸਰਕਾਰ ਨੇ। 90% ਪੈਸਾ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਉਹਦੇ 'ਚ ਦੇਣਾ, ਉਹ ਡਿਮਾਂਡ ਬੇਸਡ ਸੈਟਅਪ ਹੈ ਉਹ।
ਔਰ ਇਹ ਕੁਝ ਨਵੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਇਹਨੂੰ ਇਨਕਾਰਪੋਰੇਟ ਕੀਤੇ ਬਿਨਾ, ਇਹਨੂੰ ਵਿੱਚ ਸ਼ਾਮਲ ਕੀਤੇ ਬਿਨਾ ਮੈਨੂੰ ਲੱਗਦਾ ਇਹ ਸੰਭਵ ਨਹੀਂ। ਗੱਲਾਂ ਬਾਤਾਂ ਤਾਂ ਰਹਿ ਸਕਦੀਆਂ ਨੇ, ਔਰ ਇਸੇ ਕਰਕੇ ਇਹ ਹੈ ਕਿ ਜਿਹੜਾ ਪੈਡੀ ਦਾ ਕਾਨੂੰਨ ਸੀ ਅਸੀਂ ਬਣਾਇਆ ਕਿ ਜਿਹੜੀ ਹੈ ਸੋਇਲ ਵੀ ਬਚਾਉਣੀ ਹੈ ਤੇ ਪਾਣੀ ਵੀ ਬਚਾਉਣਾ, ਤੇ ਫਾਰਮਰ ਨੇ ਮੰਨ ਲਿਆ ਕਿ ਠੀਕ ਹੈ ਜੀ 10 ਜੂਨ ਤੋਂ ਪਹਿਲਾਂ ਨਹੀਂ। ਕਿੰਨੇ ਕੁ ਰਜਿਸਟਰ ਕਰ ਰਹੇ ਨੇ? ਬਿਲਕੁਲ ਨਹੀਂ ਕੀਤਾ ਗਿਆ ਉਸ ਮਾਮਲੇ 'ਚ, ਘੱਟੋ ਘੱਟ ਨਹੀਂ ਕੀਤਾ ਗਿਆ। ਘੱਟੋ ਘੱਟ ਇਹਦਾ ਮਤਲਬ ਉਹਨਾਂ ਨੂੰ ਅਹਿਸਾਸ ਹੈ, ਪਰ ਉਹਨਾਂ ਨੂੰ ਅਹਿਸਾਸ ਨਾਲ ਇਹ ਵੀ ਹੈ ਕਿ ਉਹਦੀ ਇਨਕਮ ਵਧਾਓ ਨਾਲ ਤਾਂ ਕਿ ਉਹਨੂੰ ਇਸ ਲੈਵਲ ਤੇ ਕੋਈ ਜਾਣਾ ਨਾ ਪਵੇ। ਇੱਕ ਗੱਲ ਤੁਹਾਡੀ ਠੀਕ ਹੈ ਕਿ ਪੈਡੀ ਤੋਂ ਤਾਂ ਇੱਕ ਰਕਬਾ, ਇੱਕ ਹਿੱਸਾ ਘਟਾਉਣਾ ਹੀ ਘਟਾਉਣਾ ਪਏਗਾ ਜੀ। ਪੈਡੀ ਤੋਂ ਵੀ ਮੈਂ ਉਹ ਇਸ ਕਰਕੇ ਪੁੱਛ ਰਿਹਾ ਸੀਗਾ, ਖਾਸ ਤੌਰ ਤੇ ਜਦੋਂ ਆਪਾਂ ਨਾੜ ਸਾੜਨ ਦੀ ਗੱਲ ਕਰਦੇ ਹਾਂ, ਜਿਹੜੀ ਝੋਨੇ ਦੀ ਨਾੜ ਹੈ ਉਹ ਲੰਬਾ ਸਮਾਂ ਲੈਂਦੀ ਹੈ ਗਲਣ ਨੂੰ, ਤੇ ਉਹ ਤੋਂ ਬਾਅਦ ਕਣਕ ਤਿਆਰ ਕਰਨੀ ਹੁੰਦੀ ਹੈ। ਜੇ ਝੋਨੇ ਤੋਂ ਬਿਨਾ ਹੋਰ ਕੋਈ ਫਸਲ ਤੁਸੀਂ ਕਣਕ ਤੋਂ ਬਾਅਦ ਬੀਜਣੀ ਹੋਵੇ ਤੇ ਜਿਹੜੀ ਕਣਕ ਦੀ ਨਾੜ ਹੈ ਉਹ ਹੋਰ ਕਿਸੇ ਫਸਲ ਨੂੰ ਪਰੇਸ਼ਾਨ ਨਹੀਂ ਕਰਦੀ ਝੋਨੇ ਤੋਂ ਬਿਨਾ। ਕਣਕ ਦੀ ਫਸਲ ਦਾ ਜਿਹੜਾ ਕਚਰਾ ਹੈ ਓਡਾ ਉਹ ਪ੍ਰੋਬਲਮੈਟਿਕ ਵੀ ਨਹੀਂ ਹੈ। ਝੋਨੇ ਦਾ ਜਿਹੜਾ ਕਚਰਾ ਉਹ ਸਭ ਤੋਂ ਪ੍ਰੋਬਲਮੈਟਿਕ ਹੈ ਕਿਉਂਕਿ ਉਹ ਜ਼ਹਿਰੀਲਾ ਤੇ ਹੋਰ ਟਾਈਪ ਦਾ ਜਿਹੜਾ ਕਚਰਾ ਹੈ। ਇਸ ਕਰਕੇ ਉਹਨੂੰ ਤਾਂ ਜ਼ਿਆਦਾ ਸਾੜਨ ਤੋਂ ਕਿਵੇਂ ਬਚਾਇਆ ਜਾਏ, ਉਹਦਾ ਤਰੀਕਾ ਇਹੀ ਹੈ ਕਿ ਜਾਂ ਤਾਂ ਫਿਰ ਉਹ ਜਿਹੜਾ ਸਾਰਾ ਖਰਚ ਹੈ ਜੀ ਉਹਨੂੰ ਕੱਟ ਕੇ ਵਿੱਚ ਗਾਲਣ ਦਾ, ਉਹਦੇ ਲਈ ਵੀ ਕੋਈ ਸਬਸਿਡਾਈਜ਼ ਕਰ ਦਿੱਤਾ ਜਾਏ। ਜਾਂ ਤਾਂ ਇੱਕ ਤਰੀਕਾ ਇਹ ਹੈ ਜਿਹੜਾ ਅਲੱਗ-ਅਲੱਗ ਟਾਈਪ ਦਾ ਹੋ ਸਕਦਾ, ਜਾਂ ਦੂਜਾ ਤਰੀਕਾ ਇਹ ਹੈ ਕਿ ਉਹਦੇ ਚੋਂ ਕੱਢ ਕੇ ਡਾਇਵਰਸੀਫਾਈ ਕਰਨ ਲਈ ਫਾਰਮਰ ਨੂੰ ਕੋਈ ਸਪੋਰਟ ਕਰ ਦਿੱਤੀ ਜਾਏ। ਮਾਰਕੀਟ ਝੋਨੇ ਦੀ ਜਿਹੜੀ ਨਾੜ ਹੈ ਜੇ ਉਹਨੂੰ ਕਣਕ ਬੀਜਣ ਤੋਂ ਪਹਿਲਾਂ ਗਾਲਣ ਦਾ, ਜਾਂ ਮਤਲਬ ਉਹਨੂੰ ਗਾਲਣ ਦਾ ਫੈਸਲਾ ਕੀਤਾ ਜਾਂਦਾ ਕਿ ਵੀ ਇਹਨੂੰ ਆਪਾਂ ਸਾੜਨਾ ਨਹੀਂ ਗਾਲਣਾ ਹੀ ਹੈ, ਤੇ ਉਹ ਕਿਤੇ ਨਾ ਕਿਤੇ ਵੱਢ ਕੇ ਖੇਤ ਚੋਂ ਬਾਹਰ ਜਾਏਗੀ, ਕਿਤੇ ਹੋਰ ਜਾ ਕੇ ਗਲੇਗੀ, ਉਹ ਬਾਹਰ ਜਾਏਗੀ। ਤੇ ਉਹਦੇ ਲਈ ਵੀ ਐਗਰੋ ਬੇਸਡ ਜਿਹੜੇ ਯੂਨਿਟ ਨੇ ਡਿਫਰੈਂਟ ਟਾਈਪ ਦੇ, ਜਿਹੜੇ ਕਈ ਵਾਰ ਬਿਆਨ ਤਾਂ ਸਰਕਾਰ ਦੇ ਆਉਂਦੇ ਨੇ ਕਿ ਇਹਨੂੰ ਉੱਥੇ ਚੱਕ ਕੇ ਲੈ ਜਾਾਂਗੇ ਤੇ ਇਹਨੂੰ ਕੁਝ ਨਹੀਂ ਕਰਦੇ, ਪਰ ਉਹ ਅਮਲ 'ਚ ਕਿਤੇ ਨਹੀਂ ਆਉਂਦੇ। ਜਿਵੇਂ ਇੱਕ ਜਲਖੇੜੀ ਪਾਵਰ ਪਲਾਂਟ ਲਾਇਆ ਸੀ ਕਿ ਫਾਰਮਰ ਦੀ ਸਾਰੀ ਲੈ ਜਾਏਗਾ ਚੱਕ ਕੇ ਜਿੰਨੀ ਵੀ ਉਹ ਹੈ, ਉਹ ਫਿਰ ਠੱਪ ਉਦੋਂ ਬਾਅਦ ਹੋ ਜਾਂਦਾ ਕਿਉਂਕਿ ਜਿਹਦੇ ਨਾਲ ਵਾਅਦਾ ਕੀਤਾ ਵੀ ਤੈਨੂੰ ਸਬਸਿਡਾਈਜ਼ ਕਰ ਦਾਂਗੇ ਤੇ ਤੂੰ ਇਹ ਲੈ ਜਾ ਚੱਕ ਕੇ, ਉਹਦੇ ਨਾਲ ਵੀ ਪੂਰਾ ਨਹੀਂ ਹੁੰਦਾ। ਇਸ ਲਈ ਇਹਨੂੰ ਇੱਕ ਪਰਮਾਨੈਂਟ ਬਜਟਰੀ ਐਲੋਕੇਸ਼ਨ ਦੀ ਵੀ ਲੋੜ ਪਏਗੀ। ਫਾਈਨਾਂਸ ਤੋਂ ਬਿਨਾਂ ਵੀ ਇਸ ਪਾਸੇ ਵੱਲ ਚੱਲਿਆ ਨਹੀਂ ਜਾ ਸਕਦਾ। ਜੇਕਰ ਕੋਈ ਕਹੇ ਕਿ ਕਟਾਰੀਆ ਤੁਸੀਂ ਕੁਝ ਕਹਿਣਾ? ਮੇਰਾ ਇਹਦੇ ਵਿੱਚ ਥੋੜਾ ਜਿਹਾ ਹਮੀਰ ਸਿੰਘ ਹੋਰਾਂ ਜਿਸ ਤਰ੍ਹਾਂ ਗੱਲ ਕੀਤੀ ਹੈ, ਮੈਂ ਥੋੜਾ ਵਿਚਾਰ ਅਲੱਗ ਰੱਖਦਾ, ਕਿਉਂਕਿ ਜੇਕਰ ਝੋਨਾ, ਮੈਂ ਤਾਂ ਇਸ ਦੇ ਵਿੱਚ ਆ ਵੀ ਝੋਨੇ ਦਾ ਹੀ ਸਾਨੂੰ ਬਦਲ ਹੀ ਕੋਈ ਹੋਰ ਕੱਢਣਾ ਚਾਹੀਦਾ, ਰਕਬਾ ਦੇ ਤੇ ਘਟਾਈਏ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਜੇ ਆਪਾਂ ਇਹਦਾ ਨਾੜ ਕੱਢ ਕੇ ਬਾਹਰ ਲਿਜਾ ਕੇ ਉਹਨੂੰ ਬਾਹਰ ਵੀ ਡਿਸਪੋਜ਼ ਆਫ ਕਰਦੇ ਹਾਂ, ਅਲਟੀਮੇਟਲੀ ਸਾਡੀ ਜੇ ਸੋਇਲ ਹੈਲਥ ਤਾਂ ਖਰਾਬ ਹੋ ਰਹੀ ਹੈ ਨਾ। ਅਸੀਂ ਨਿਊਟਰੀਐਂਟਸ ਜਿਹੜੀਆਂ ਬੇੜ ਲੋੜੇ ਨਿਊਟਰੀਐਂਟ ਜਿਹੜੇ ਸਾਨੂੰ ਸੋਇਲ ਚੋਂ ਕੱਢਣੇ ਨਹੀਂ ਚਾਹੀਦੇ, ਉਹ ਕੱਢ ਕੇ ਅਸੀਂ ਲਿਜਾ ਕੇ ਕਿਤੇ ਪਾਵਰ ਪਲਾਂਟ 'ਚ ਜਾਂ ਕਿਤੇ ਉਹਨੂੰ ਯੂਜ਼ ਕਰ ਰਹੇ ਹਾਂ, ਤੇ ਸਾਡੀ ਸੋਇਲ ਹੈਲਥ ਤਾਂ ਅਲਟੀਮੇਟਲੀ ਡੇ ਬਾਈ ਡੇ ਇੱਕ ਦਿਨ ਇਹੋ ਜਿਹਾ ਆਊਗਾ ਵੀ ਸਾਡੇ ਕੋਲ ਨਿਊਟਰੀਐਂਟ ਲੈਸ ਜਿਹੜੀ ਹੈ ਸੋਇਲ ਸਾਡੀ ਇਨਰਟ ਮੈਟਰ ਬਣ ਜੂਗੀ। ਕਿਉਂਕਿ ਇਹਨੂੰ ਡਾਇਨਾਮਿਕ ਬਿਹੇਵੀਅਰ ਇਹਦਾ ਬਣਾ ਕੇ ਰੱਖਣ ਲਈ ਜਿਹੜਾ ਮੱਲੜ ਜਿਹੜਾ ਹੈਗਾ, ਜਿਹੜਾ ਗ੍ਰੀਨ ਮੈਟਰ ਜਿਹੜਾ ਸਾਨੂੰ ਲੋੜ ਨਹੀਂ, ਅਸੀਂ ਸਿਰਫ ਦਾਣੇ ਉਹਦੇ ਚੋਂ ਲਈਏ, ਬਾਕੀ ਸਮਾਨ ਜਿਹੜਾ ਹੈ ਅਲਟੀਮੇਟਲੀ ਸਾਨੂੰ ਫਸਲਾਂ ਇਦਾਂ ਦੀਆਂ ਵੱਲ ਆਉਣਾ ਪਊਗਾ ਜਿਹੜਾ ਰੈਜ਼ੀਡਿਊ ਹੈ ਜਿਹੜਾ ਉਹ ਇਨਕਾਰਪੋਰੇਟ ਸੋਇਲ ਦੇ ਵਿੱਚ ਹੀ ਹੋ ਜਿਹੜਾ ਹੋ ਜਾਵੇ। ਉਹ ਕਿਹੜੀਆਂ ਫਸਲਾਂ ਹੋ ਸਕਦੀਆਂ ਨੇ? ਜਿਸ ਤਰ੍ਹਾਂ ਹੁਣ ਕਣਕ ਦੇ ਵਿੱਚ ਜਿਸ ਤਰ੍ਹਾਂ ਕੋਈ ਬਹੁਤੀ ਸਮੱਸਿਆ ਨਹੀਂ ਹੈ, ਸਿਰਫ 15 ਜਿੰਨਾ ਵੀ ਰੈਜ਼ੀਡਿਊ ਹੁੰਦਾ ਉਹਦਾ 15% ਹੀ ਉਹ ਜ਼ਿਮੀਂਦਾਰ ਇਸ ਕਰਕੇ ਸਾੜਦੇ ਝੋਨਾ ਲਾਉਣ ਕਰਕੇ। ਜੇ ਝੋਨੇ ਦੇ ਬਦਲ 'ਚ ਕੋਈ ਹੋਰ ਫਸਲ ਜਿੱਦਾਂ ਤੁਸੀਂ ਗੱਲ ਕੀਤੀ ਆ ਜਾਂਦੀਆਂ, ਦੂਜੀਆਂ ਮੱਕੀ ਆ ਗਈ ਜਾਂ ਕੋਈ ਹੋਰ ਫਸਲਾਂ ਜਿਹੜੀਆਂ ਲਗਾਉਂਦੇ ਨੇ, ਤਾਂ ਉਹਦੀ ਸਮੱਸਿਆ ਕਾਫੀ ਹੱਦ ਤੱਕ ਘਟ ਜਾਏਗੀ। ਮਤਲਬ ਜਿਹੜੀ ਵੀ ਕੱਦੂ ਕਰਕੇ ਫਸਲ ਨਹੀਂ ਲੱਗਦੀ ਉਹਦੇ 'ਚ ਬਹੁਤੀ ਸਮੱਸਿਆ, ਜਿਹਦੇ 'ਚ ਤੁਸੀਂ ਪਾਣੀ ਖੜਾ ਨਹੀਂ ਕਰਨਾ, ਉਹ ਕਣਕ ਤੋਂ ਬਾਅਦ ਆਰਾਮ ਨਾਲ ਬੀਜੀ ਜਾ ਸਕਦੀ ਹੈ ਜਿੰਨਾ ਕੁ ਰੈਜ਼ੀਡਿਊ ਬਚਿਆ ਇਹਦੇ ਹੁੰਦੇ ਹੋਣ। ਹਾਂਜੀ। ਮੈਨੂੰ ਲੱਗਦਾ ਕਿ ਵੀ ਇਹਦਾ ਕਈ ਪੱਖ ਨੇ ਜਿਹੜੇ ਸੋਚਣ ਵਾਲੇ ਬਣਦੇ ਨੇ, ਜਿਹਦੇ ਵਿੱਚ ਇਕਨੋਮਿਕਸ ਵੀ ਇੱਕ ਹੈ, ਗਵਰਨਮੈਂਟ ਦੀ ਪਾਲਿਸੀ ਵੀ ਇੱਕ ਹੈ, ਤੇ ਕਿਸਾਨਾਂ ਦਾ ਜਿਹੜਾ ਕੋਆਪਰੇਸ਼ਨ ਵੀ ਲੋੜੀਂਦਾ ਹੈ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਖੇਤਾਂ ਵਿੱਚ ਨਾੜ ਸਾੜੇ ਜਾਣ ਦਾ ਇੱਕੋ ਕਾਰਨ ਇਹ ਹੈ ਕਿ ਇਸ ਦੀ ਹੋਰ ਕਿਤੇ ਵਰਤੋਂ ਨਹੀਂ ਹੋ ਰਹੀ। ਇਸ ਵਿੱਚ ਉਪਜਾਊ ਤੱਤ ਹੋਣ ਦੇ ਬਾਵਜੂਦ ਨਾੜ ਸਾੜ ਦਿੱਤੀ ਜਾਂਦੀ ਹੈ ਕਿਉਂਕਿ ਅਗਲੀ ਫਸਲ ਲਈ ਖੇਤ ਤਿਆਰ ਕਰਨੇ ਹੁੰਦੇ ਨੇ। ਇਸ ਮਸਲੇ ਨੂੰ ਜ਼ਿਆਦਾ ਦੇਰ ਤੱਕ ਲਮਕਾਉਣਾ ਠੀਕ ਨਹੀਂ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ। ਜੇ ਖੇਤੀ ਦੀ ਰਹਿੰਦ ਖੂੰਹਦ ਨੂੰ ਕਿਉਟਣ ਦਾ ਕੋਈ ਵਿਗਿਆਨਿਕ ਤਰੀਕਾ ਲੱਭਿਆ ਜਾਏ ਤਾਂ ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਜੇ ਇਸ ਵਿੱਚੋਂ ਕਿਸਾਨਾਂ ਦਾ ਕੁਝ ਫਾਇਦਾ ਹੋ ਜਾਏ ਤਾਂ ਕਿਸਾਨ ਇਸ ਨੂੰ ਖੁਸ਼ੀ-ਖੁਸ਼ੀ ਲਾਗੂ ਕਰ ਸਕਣਗੇ। ਸੋ ਸਾਰਾ ਮਸਲਾ ਕਿਸਾਨਾਂ ਉੱਤੇ ਨਹੀਂ ਪਾਇਆ ਜਾ ਸਕਦਾ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।